बिघ्न बिनाशन सोए। सतनाम श्री वाहिगुरु साहिब जीओ। गौड़ी महला पहला। पौने पानी अग्नि का मेल, चंचल चपल बुद्ध का खेल। पौने पानी अग्नि का मेल, चंचल चपल बुद्ध का खेल। नौ दरवाजे दसवां द्वार, बुझरे ज्ञानी एहो विचार। कथता बकता सुनता सोई, आप विचारे सो ज्ञानी होई। रहाओ। कथता बकता सुनता सोई, आप विचारे सो ज्ञानी होई। वाहिगुरु जी का खालसा, वाहिगुरु जी की फतेह। ये पवित्र बचन पहले पातशाह धन धन साहिब श्री गुरु नानक देव महाराज जी का रचनिया किया होया श्री गुरु ग्रंथ साहिब महाराज जी के पवित्र अंग 152 उपर सुभाएमान है। इस पवित्र बचन राही धन धन श्री गुरु नानक देव महाराज जी जीवां नूं की ज्ञान बख्शिश करते हैं, सरवण करिए। उस तो पहला गुरु चरना विच लवाइए हाजरियां, रसना नूं करिए पवित्र। गज के आखिए जी सतनाम श्री वाहिगुरु। एक बारी फिर आखिए सतनाम श्री वाहिगुरु वाहिगुरु। गौड़ी महला पहला। पौने पानी अग्नि का मेल, चंचल चपल बुद्ध का खेल। इस पवित्र शब्द राही सानू सतगुरु पातशाह जी मौत की असलीयत दसदे है। जीव नूं मोह ममता चों बाहर कढ़न वास्ते, उच्चा चुकन वास्ते अते गुरु प्यारिओ जीव नूं दुखां सुखां तो बाहर कढ़ण लई धन गुरु नानक देव महाराज जी इत्थे जो ज्ञान बख्शिश करते हैं। उथानका मुताबक एक ब्राह्मण एक पंडित जो खुद रोजाना कथा करता है, ज्ञान करता है, लोगों के नाल साझा विचारां करता है। जिवें असी रोजाना किसी मरग ते जा कर के कथा वार्ता करते हैं, विचारां करते हैं, शब्द गाउंदे हाँ, कौन मूआ रे कौन मूआ, ब्रह्म ज्ञानी मिल करो विचारा, ये तो चलत पया। शब्द गाउंदे हाँ, पातशाह का बचन है भी तो रोज़ ही मरदा कोई ना कोई। पर जिस मनुख नूं इस दे बारे ज्ञान होवे वो भी इन्ना रोवे किसी आप दे मरण ते, जिस तरह वो ब्राह्मण जिहड़ा है एक दिन जदों उसका बाप मर गया तो वो बहुता ही मोह विच आके बराग करदा है, अपने बाप दे मृतक शरीर कोल बैठ के रोंदा है।
ਚੁੱਪ ਨਹੀਂ ਕਰਦਾ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਯਾਤਰਾ ਦੌਰਾਨ ਉਸ ਦੇ ਕੋਲ ਪਹੁੰਚੇ ਤੇ ਉਸ ਨੂੰ ਗਿਆਨ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਹਰ ਪੱਖ ਤੋਂ ਜੀਵਾਂ ਦਾ ਮਾਰਗ ਦਰਸ਼ਨ ਕੀਤਾ ਹੈ। ਇਹ ਮਨੁੱਖ ਦੀ ਫਿਤਰਤ ਹੈ, ਸੁਭਾਅ ਹੈ। ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਪਾਤਸ਼ਾਹ ਜੀ ਕਹਿੰਦੇ, ਜਿਸਕਾ ਦੀਆ ਤਿਨਹੀ ਲੀਆ, ਭੂਲਾ ਰੋਵਣ ਹਾਰਾ ਹੈ। ਜਿਸ ਪਰਮੇਸ਼ਰ ਨੇ ਸਾਨੂੰ ਭੇਜਿਆ ਉਹਨੇ ਵਾਪਸ ਸੱਦ ਲਿਆ, ਤੇ ਜਿਹੜੇ ਉਹਦੇ ਪਿੱਛੇ ਰੋ ਰਹੇ ਹਨ ਉਹ ਭੁੱਲੇ ਹਨ। ਉਹ ਉਹਦੇ ਸਰੀਰ ਨਾਲ ਮੋਹ ਪਾ ਕੇ ਬੈਠੇ ਆ, ਇਸ ਕਰਕੇ ਰੋ ਰਹੇ ਆ। ਜਿਵੇਂ ਇੱਕ ਇਲਾਕੇ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਗਏ ਤੇ ਉੱਥੇ ਗੁਰੂ ਪਿਆਰਿਓ ਇੱਕ ਪਰਿਵਾਰ ਦੇ ਘਰ ਬੜੇ ਲੰਮੇ ਸਮੇਂ ਬਾਅਦ ਇੱਕ ਬੱਚਾ ਹੋਇਆ ਹੈ। ਤੇ ਉਹ ਬੱਚਾ ਹੋਣ ਤੇ ਗੁਰੂ ਪਿਆਰੋ ਪਿੰਡ ਦਾ ਉਹ ਚੌਧਰੀ ਹੈ, ਮੁਖੀ ਹੈ, ਮੋਹਤਵਾਰ ਬੰਦਾ ਪਿੰਡ ਦਾ, ਜਿਹਦੇ ਘਰ ਕਈ ਸਾਲਾਂ ਬਾਅਦ ਪਹਿਲੀ ਵਾਰ ਇੱਕ ਬੱਚਾ ਹੋਇਆ ਹੈ। ਤੇ ਉਹਦੇ ਘਰੇ ਜਸ਼ਨ ਮਨਾਏ ਜਾ ਰਹੇ ਹੈ, ਖੁਸ਼ੀਆਂ ਮਨਾਈਆਂ ਜਾ ਰਹੀਆਂ। ਪਿੰਡ ਵਾਸੀਆਂ ਨੂੰ ਸੱਦਿਆ ਹੈ, ਖਾਣਾ ਪੀਣਾ ਦਿੱਤਾ ਹੈ, ਸ਼ਰਾਬਾਂ ਵੀ ਚਲਾਈਆਂ। ਕੁਦਰਤੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਨਗਰ ਦੇ ਬਾਹਰ ਜਾ ਬੈਠੇ। ਭਾਈ ਮਰਦਾਨਾ ਜੀ ਦੇਖ ਰਹੇ ਹਨ ਕਿ ਜਿਨ੍ਹਾਂ ਦੇ ਘਰੇ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਬੜੇ ਭੋਜਨ ਵਰਤਾਏ ਜਾ ਰਹੇ ਆ, ਮਠਿਆਈਆਂ ਵੰਡੀਆਂ ਜਾ ਰਹੀਆਂ, ਸ਼ਰਾਬਾਂ ਮਾਸ ਖਾਧੇ ਪੀਤੇ ਜਾ ਰਹੇ ਹੈ, ਤੇ ਪਰ ਸਾਹਮਣੇ ਇੱਕ ਸਾਧੂ ਬੈਠੇ ਨੇ। ਕੌਣ ਹੈ ਇਹ? ਭਾਈ ਮਰਦਾਨਾ, ਧੰਨ ਗੁਰੂ ਨਾਨਕ ਤੇ ਭਾਈ ਬਾਲਾ ਜੀ, ਇਹ ਤਿੰਨੇ ਬੈਠੇ ਆ। ਕਹਿੰਦੇ ਇਹਨਾਂ ਨੂੰ ਕਿਸੇ ਨੇ ਆ ਕੇ ਪ੍ਰਸ਼ਾਦਾ ਵੀ ਨਾ ਪੁੱਛਿਆ, ਕਿਉਂਕਿ ਬੰਦਾ ਜਦੋਂ ਕੁਝ ਪ੍ਰਾਪਤ ਕਰਦਾ ਫਿਰ ਹੰਕਾਰ ਇੰਨਾ ਵੱਧ ਜਾਂਦਾ ਕਿ ਰੱਬ ਦਿਸਣਾ ਹੀ ਬੰਦ ਹੋ ਜਾਂਦਾ। ਔਰ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਇਹਨਾਂ ਦੇ ਘਰੇ ਕਾਹਦੀਆਂ ਖੁਸ਼ੀਆਂ, ਦੇਖੋ ਮੈਨੂੰ ਭੁੱਖ ਲੱਗੀ ਹੈ, ਇਹਨਾਂ ਨੇ ਆਪਾਂ ਨੂੰ ਜਲ ਪਾਣੀ ਨਹੀਂ ਪੁੱਛਿਆ, ਇਹ ਆਪ ਸ਼ਰਾਬਾਂ ਪੀ ਜਾਂਦੇ ਆ ਔਰ ਮਾਂ ਸ਼ਰਾਬ ਆਦਿ ਵਰਤੀ ਜਾਂਦੇ ਆ, ਪਰ ਰੱਬ ਇਹਨਾਂ ਦੇ ਯਾਦ ਨਹੀਂ ਲੱਗਦਾ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਹਾਂ ਮਰਦਾਨੇ ਆ, ਇਹਨਾਂ ਦੇ ਰੱਬ ਯਾਦ ਨਹੀਂ ਅੱਜ। ਕਿਉਂ? ਮਹਾਰਾਜ ਕਹਿੰਦੇ ਇਹਨਾਂ ਦੇ ਘਰੇ ਪੁੱਤਰ ਹੋਇਆ, ਲੰਮੇ ਸਮੇਂ ਬਾਅਦ ਬੱਚਾ ਹੋਇਆ ਹੈ ਔਰ ਇੰਨੀਆਂ ਖੁਸ਼ੀਆਂ ਮਨਾ ਰਹੇ ਆ, ਜਦੋਂ ਕਿ ਇਹਨਾਂ ਨੂੰ ਪਰਮੇਸ਼ਰ ਦਾ ਸ਼ੁਕਰੀਆ ਕਰਨਾ ਚਾਹੀਦਾ ਪਹਿਲਾਂ, ਪਰ ਇਹ ਸ਼ਰਾਬਾਂ ਪੀ ਕੇ ਖੁਸ਼ੀਆਂ ਮਨਾ ਰਹੇ ਆ। ਤੇ ਪਰ ਮਰਦਾਨੀਆਂ, ਮੈਨੂੰ ਲੱਗਦਾ ਇਹ ਬੱਚਾ ਇੱਕ ਰਾਤ ਦਾ ਹੀ ਪ੍ਰਾਹੁਣਾ ਹੈ। ਉੱਥੇ ਸ਼ਬਦ ਉਚਾਰਿਆ, ਇੱਕ ਰੈਣ ਕੇ ਬਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਵਣਜਾਰਿਆਂ ਦਾ ਦੇਸ਼ ਹੈ ਉਹ, ਤੇ ਵਣਜਾਰਿਆਂ ਨੂੰ ਹੀ ਸੰਬੋਧਨ ਕਰਕੇ ਸ਼ਬਦ ਉਚਾਰ ਦਿੱਤਾ। ਕਹਿੰਦੇ, ਉਹ ਵਣਜਾਰਿਆ ਮਿੱਤਰਿਆ, ਇੱਕ ਤੂੰ ਰਾਤ ਦਾ ਪ੍ਰਾਹੁਣਾ ਹੈ। ਵੈਸੇ ਆਪਾਂ ਸਾਰੇ ਵਣਜਾਰੇ ਵੀ ਹਾਂ, ਸਤਿਗੁਰਾਂ ਨੇ ਕਿਸੇ ਇੱਕ ਨੂੰ ਗਿਆਨ ਦਿੱਤਾ, ਚਾਹੇ ਉਹ ਸਾਡੇ ਸਾਰਿਆਂ ਵਾਸਤੇ ਵੀ ਹੈ। ਪਰ ਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਜਦੋਂ ਪਰਮੇਸ਼ਰ ਦੇ ਪਿਆਰੇ ਕਿਸੇ ਨੂੰ ਕੋਈ ਗਿਆਨ ਦਿੰਦੇ ਆ, ਉਹ ਲਗਭਗ ਸਾਰਿਆਂ ਵਾਸਤੇ ਹੁੰਦਾ ਹੈ। ਸਾਹਮਣੇ ਕੋਈ ਇੱਕ ਬੰਦਾ ਬੈਠਾ ਹੈ, ਪਰ ਗੱਲ ਸਾਰਿਆਂ ਦੇ ਕੰਮ ਦੀ ਹੁੰਦੀ ਹੈ। ਕਹਿਣ ਲੱਗੇ, ਮਰਦਾਨਿਆਂ, ਇਹ ਬੱਚਾ ਆਪਣਾ ਕਰਜ਼ਾ ਲੈਣ ਆਇਆ, ਇਹਨੇ ਲੋਕਾਂ ਤੋਂ ਕਰਜ਼ਾ ਲੈਣਾ ਤੇ ਆਪਣੇ ਬਾਪ ਦਾ ਦੇਣਾ, ਤੇ ਫਿਰ ਇਹਨੇ ਚਲਿਆ ਜਾਣਾ, ਕੱਲ੍ਹ ਨੂੰ ਦੇਖੀ। ਉਹੀ ਗੱਲ ਹੋਈ ਗੁਰੂ ਪਿਆਰਿਓ, ਲੋਕਾਂ ਨੇ ਬੜੀਆਂ ਵਧਾਈਆਂ ਦਿੱਤੀਆਂ, ਬੜੇ ਇਨਾਮ ਦਿੱਤੇ। ਉਹ ਕਰਜ਼ਾ ਸੀ ਲੋਕਾਂ ਦਾ, ਖੁਸ਼ੀ ਚਾਹ ਕੇ ਦੇ ਰਹੇ ਆ ਲੋਕ ਇਹਨੂੰ। ਪਰ ਦੂਸਰਾ ਦਿਨ ਚੜ੍ਹਿਆ ਤੇ ਉਸੇ ਘਰ ਵਿੱਚ ਰੋਣਾ ਕਰਲਾਉਣਾ ਪੈ ਗਿਆ। ਭਾਈ ਮਰਦਾਨਾ ਜੀ ਕਹਿੰਦੇ, ਆ ਕੀ ਹੋ ਗਿਆ ਜੀ? ਕਹਿੰਦੇ, ਬਸ ਉਹ ਬੱਚਾ ਆਇਆ ਸੀ, ਉਹ ਚਲਿਆ ਗਿਆ। ਤੇ ਗੁਰੂ ਪਿਆਰਿਓ, ਉਹ ਲੋਕ ਮੇਰਾ ਮੇਰਾ ਕਰਕੇ ਰੋਣ ਲੱਗੇ।
क्योंकि बच्चे नाल बड़ा मोह पै गया एकदम, बड़े लंबे समय बाद होया सी, रोन लगे बहुत ज़्यादा। उत्थे फिर शब्द जुड़े शब्द उचारिया सी, भाई ये सब परमेश्वर की दात है। जदों परमेश्वर दातां दिंदा है तो सानू उहदा शुक्रिया करना चाहिदा है। जे वो किते वापस लै लैंदा है तो भाणे नूं मनना चाहिदा, उहदे भाणे विच रहना चाहिदा। हुण ये पंडित जिहड़ा गुरु प्यारे एक इलाके दा जिथे कुदरती धन गुरु नानक देव जी पहुँचे आ, अपने आप नूं जिहड़ा कि ਗਿਆਨੀ ਅਖਵਾਉਂਦਾ ਸੀ, ਗਿਆਨ ਰੱਖਦਾ ਸੀ, ਲੋਕਾਂ ਦੇ ਨਾਲ ਗੱਲਾਂ ਦੀਆਂ ਗਿਆਨ ਦੀਆਂ ਗੱਲਾਂ ਵੀ ਸਾਂਝੀਆਂ ਕਰਦਾ ਸੀ। ਪਰ ਜਦੋਂ ਉਸ ਦਾ ਆਪਣਾ ਬਾਪ ਮਰ ਗਿਆ ਤਾਂ ਉਹ ਬਹੁਤ ਰੋ ਰਿਹਾ ਆਪਣੇ ਪਿਤਾ ਦੀ ਦੇਹ ਕੋਲ ਬੈਠ ਕੇ, ਔਰ ਮੋਹ ਦੇ ਕਾਰਨ ਬੜਾ ਦੁਖੀ ਹੋ ਰਿਹਾ। ਤੇ ਸਤਿਗੁਰੂ ਨਾਨਕ ਦੇਵ ਜੀ ਸੰਸਾਰ ਦੇ ਮੋਹ ਨੂੰ ਦੂਰ ਕਰਨ ਵਾਸਤੇ ਫਿਰ ਇਹ ਸ਼ਬਦ ਉਚਾਰਦੇ ਹੈ ਸਾਡੇ ਵਾਸਤੇ ਵੀ। ਜਿਵੇਂ ਆਪਾਂ ਮਰਗ ਤੋਂ ਬਾਅਦ ਗੁਰੂ ਘਰ ਆਉਣੇ ਆ, ਕੜਾ ਪ੍ਰਸ਼ਾਦ ਦੀ ਦੇਗ ਵੀ ਬਣਦੀ ਹੈ ਔਰ ਪਾਠੀ ਸਿੰਘ ਅਲਾਣੀਆਂ ਦਾ ਪਾਠ ਕਰਦਾ ਹੈ। ਉਹਨਾਂ ਅਲਾਣੀਆਂ ਦੇ ਸ਼ਬਦਾਂ ਵਿੱਚ ਸਤਿਗੁਰਾਂ ਨੇ ਉਹ ਰੋਣ ਵਾਲਿਆਂ ਨੂੰ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ, ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਧੀਰਜ ਦੇਣ ਵਾਲੇ ਸ਼ਬਦ ਹੀ ਰਚੇ ਹੈ। ਔਰ ਜ਼ਿੰਦਗੀ ਦਾ ਅਸਲੀਅਤ ਹੈ ਜੋ ਸ਼ੀਸ਼ਾ ਹੈ ਉਹ ਸਾਹਮਣੇ ਰੱਖਿਆ ਹੈ। ਇੱਥੇ ਵੀ ਸਤਿਗੁਰੂ ਭਾਵੇਂ ਕਿ ਉਸ ਪੰਡਤ ਨੂੰ ਸੰਬੋਧਨ ਕਰਕੇ ਗੱਲ ਕਰਦੇ ਆ, ਪਰ ਇਹ ਗੱਲ ਸਾਡੇ ਨਾਲ ਵੀ ਬੀਤਣੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਜਿਹੜਾ ਗਵਾਂਢੀ ਦੀ ਹੋ ਗਿਆ ਉਹ ਤੇਰੇ ਵੀ ਹੋਣ ਵਾਲਾ। ਤਾਂ ਸਤਿਗੁਰੂ ਪਾਤਸ਼ਾਹ ਜੀ ਇਹ ਸ਼ਬਦ ਵਿੱਚ ਕੀ ਬਿਆਨ ਕਰਦੇ ਹੈ, ਗੌੜੀ ਮਹੱਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ। ਜੇ ਸਰੀਰ ਦੇ ਕੋਲ ਬੈਠ ਕੇ ਭਾਈ ਤੂੰ ਇੰਨਾ ਰੋ ਰਿਹਾ, ਬਰਾਕ ਕਰ ਰਿਹਾ, ਮੇਰਾ ਮੇਰਾ ਕਰਕੇ ਰੋ ਰਿਹਾ, ਮੇਰਾ ਕੀ ਬਣੂਗਾ, ਹਾਏ ਮੇਰਾ ਬਾਪ ਮਰ ਗਿਆ, ਮੇਰਾ ਪੁੱਤ ਬਣ ਗਿਆ, ਸਾਡਾ ਕੀ ਬਣੂਗਾ। ਇਹ ਕੀ ਹੈ? ਇਹ ਪੰਜਾਂ ਤੱਤਾਂ ਦੀ ਖੇਡ ਹੈ। ਇਹ ਅੱਗ, ਪਾਣੀ ਤੇ ਪੌਣ, ਹਵਾ ਦਾ ਮੇਲ ਕਰਕੇ, ਪੰਜਾਂ ਤੱਤਾਂ ਦਾ ਮਿਲਾਪ ਕਰਕੇ ਅਕਾਲ ਪੁਰਖ ਨੇ ਇੱਕ ਪੁਤਲਾ ਤਿਆਰ ਕੀਤਾ। ਪਾਣੀ ਮੈਲਾ, ਮਾਟੀ ਗੋਰੀ, ਇਸ ਮਾਟੀ ਕੀ ਪੁਤਰੀ ਜੋਰੀ। ਇਹ शरीर ਨੂੰ पुतली कहता, किते पुतला कहता। देखो देखो माटी का पुतरा कैसे नचत है, जब कछ पावे तब गर्व करता है, माया गई तब रोवन लगता है। ते माया केवल पैसा ही नहीं, बच्चे भी माया, धी पुत्र भी माया, पत्नी भी माया। ये रिश्तेदार साक संबंधी जीव के वास्ते माया है। जदों कोई माया हथों निकल जाती है फिर रोंदा नहीं झल्लीदा, जदों प्राप्त होंदी है फिर हंकार नहीं झल्लीदा, इन्ना खुश हो जाता। बराबर कोई विरला ही रहिंदा दोनों समयां दे विच। धन गुरु नानक देव महाराज जी कहन लगे, सिखो असल दे विच अकाल पुरख ने अग, पानी ते हवा तत्तां दा मिलाप करके ये जिहड़ा है ਸਵਾਸ ਪਾ ਕਰਕੇ ਵਿੱਚ ਜੋ ਚਲਾ ਦਿੱਤਾ ਹਵਾ ਦੇ ਨਾਲ, ਤੇ ਸਰੀਰ ਵਿੱਚ ਪਾਣੀ ਦਾ ਬਣਿਆ ਹੋਇਆ ਮਾਤਾ ਦੇ ਗਰਭ ਦੇ ਵਿੱਚ ਤਪਿਆ ਸੀ ਅੱਗ ਵਿੱਚ, ਔਰ ਹਵਾ ਦੇ ਨਾਲ ਜਿਹੜਾ ਹੈ ਇਸ ਨੂੰ ਫੁਲਾਇਆ ਗਿਆ। ਜਿਵੇਂ ਗੁਬਾਰੇ ਵਿੱਚ ਕੋਈ ਹਵਾ ਭਰਦਾ ਉਹ ਫੁੱਲ ਜਾਂਦਾ ਨਾ, ਇਹਦੇ ਅੰਦਰ ਸਵਾਸ ਚਲਾ ਦਿੱਤਾ ਤੇ ਸਵਾਸਾਂ ਦੇ ਨਾਲ ਗੁਰੂ ਪਿਆਰਿਓ ਇਹਨੂੰ ਫੁਲਾ ਦਿੱਤਾ। ਇਉਂ ਰਜੋ, ਤਮੋ ਤੇ ਸਤੋ ਤਿੰਨਾਂ ਗੁਣਾਂ ਦੇ ਨਾਲ ਇਹ ਸ੍ਰਿਸ਼ਟੀ ਚੱਲ ਰਹੀ ਆ। ਇਹਨਾਂ ਤਿੰਨਾਂ ਤੱਤਾਂ ਤੋਂ ਇਹ ਸਰੀਰ ਤਿਆਰ ਕਰ ਦਿੱਤਾ। ਧਰਤੀ ਤੇ ਅਸਮਾਨ ਇਹਨਾਂ ਦੇ ਵਿਚਕਾਰ ਆ ਗਿਆ। ਇਸ ਤਰ੍ਹਾਂ ਇਹ ਸਰੀਰ ਇਹਨਾਂ ਤੱਤਾਂ ਦਾ ਹੀ ਮੇਲ ਹੈ। ਚੰਚਲ ਚਪਲ ਬੁੱਧ ਕਾ ਖੇਲ, ਤੇ ਇਹਦੇ ਵਿੱਚ ਜਿਹੜੀ ਬੁੱਧੀ ਹੈ ਪਰਮੇਸ਼ਰ ਦੀ ਬਣਾਈ ਹੋਈ ਜੋ ਚੱਲ ਰਹੀ ਹੈ, ਉਹ ਇਸ ਨੂੰ ਚਲਾ ਰਹੀ ਹੈ। ਵਿਸ਼ੇ ਵਿਸ਼ੈਣੀ ਚੰਚਲ, ਚੰਚਲਤਾ ਹੀ ਜਿਵੇਂ ਬੱਚੇ ਦੀ ਚੰਚਲਤਾ ਹੀ, ਇੱਧਰ ਭੱਜ ਰਿਹਾ ਉੱਧਰ ਭੱਜ ਰਿਹਾ, ਆਹ ਚਾਹੀਦਾ ਉਹ ਚਾਹੀਦਾ, ਐਸਾ ਹੀ ਹਾਲ ਕੇਵਲ ਬੱਚੇ ਦਾ ਨਹੀਂ,
ਸਾਡਾ ਸਾਰਿਆਂ ਦਾ ਹੀ ਹੈ। ਪ੍ਰੀਤਮ ਜੀ ਕਹਿੰਦੇ ਚੰਚਲ ਚਪਲ ਬੁੱਧ ਕਾ ਖੇਲ, ਇਹ ਸਾਰਾ ਖੇਲ ਚੰਚਲ ਸੰਸਾਰ ਹੈ। ਇਹ ਚੰਚਲ ਮਨ ਤੇ ਬੁੱਧ ਦਾ ਰਚਿਆ ਹੋਇਆ ਖੇਡ ਤਮਾਸ਼ਾ ਹੈ। ਅਕਾਲ ਪੁਰਖ ਨੇ ਰਚਨਾ ਕੀਤੀ ਸ੍ਰਿਸ਼ਟੀ ਦੀ, ਜਦੋਂ ਉਸ ਦੀ ਇੱਛਾ ਹੋਈ ਮੇਰੇ ਵਰਗੇ ਹੋਰ ਵੀ ਹੋਣ ਤੇ ਉਸਨੇ ਕਹਿ ਦਿੱਤਾ ਬਣ ਜਾ, ਹੋ ਜਾ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉੱਥੋਂ ਇਹ ਸ੍ਰਿਸ਼ਟੀ ਬਣਨੀ ਸ਼ੁਰੂ ਹੋਈ। ਸਰੀਰ ਬਣਨ ਲੱਗੇ ਹੌਲੀ ਹੌਲੀ। ਪਹਿਲਾਂ ਕੀੜੇ ਪਤੰਗੇ ਬਣੇ, ਫਿਰ ਉੱਡਣ ਵਾਲੇ ਪੰਛੀ ਬਣ ਗਏ, ਫਿਰ ਉੱਡਣ ਵਾਲੇ ਪੰਛੀਆਂ ਤੋਂ ਕੁਝ ਚੁਪਾਏ ਬਣ ਗਏ, ਧਰਤੀ 'ਤੇ ਤੁਰਨ ਵਾਲੇ ਵੀ ਬਣ ਗਏ। ਜਿਵੇਂ ਡਾਇਨਾਸੌਰ ਹੋਇਆ ਸਭ ਤੋਂ ਪਹਿਲਾਂ ਗੁਰੂ ਪਿਆਰਿਓ, ਜਿਹੜਾ ਉੱਡਦਾ ਵੀ ਸੀ ਅਤੇ ਧਰਤੀ 'ਤੇ ਵੀ ਚੱਲਦਾ ਸੀ। ਉਸ ਤੋਂ ਬਾਅਦ ਜਿਵੇਂ ਜਿਵੇਂ ਜੀਵ ਨੇ ਤਰੱਕੀ ਕੀਤੀ ਅਤੇ ਹੌਲੀ ਹੌਲੀ ਫਿਰ ਪਸ਼ੂਆਂ ਪੰਛੀਆਂ ਤੋਂ ਇਹ ਮਨੁੱਖ ਦੀ ਹੋਂਦ ਆਈ। ਜਿਵੇਂ ਪਸ਼ੂ 4 ਪੈਰਾਂ 'ਤੇ ਚੱਲਦਾ ਤਾਂ ਉਹਦਾ ਮੂੰਹ ਲੰਬਾ ਹੁੰਦਾ। ਪਹਿਲਾਂ ਮਨੁੱਖ ਦਾ ਮੂੰਹ ਵੀ ਲੰਬਾ ਸੀ ਜਦੋਂ ਇਹ 4 'ਤੇ ਚੱਲਦਾ ਸੀਗਾ, ਦੋਨੇ ਪੈਰ ਥੱਲੇ ਲਾਉਂਦਾ ਸੀ, ਮੂਹਰਲੇ ਹੱਥ ਵੀ ਲਾ ਕੇ ਚੱਲਦਾ ਸੀ। ਹੌਲੀ ਹੌਲੀ ਇਹ ਖੜਾ ਹੋਣਾ ਸਿੱਖ ਗਿਆ, ਫਿਰ ਸਿੱਧਾ ਹੋ ਕੇ ਚੱਲਣ ਲੱਗਿਆ 2 ਪੈਰਾਂ 'ਤੇ, ਤਾਂ ਇਹਦਾ ਮੂੰਹ ਜਿਹੜਾ ਲੰਬਾ ਹੋਇਆ ਸੀ ਉਹ ਗੋਲ ਹੋ ਗਿਆ ਹੌਲੀ ਹੌਲੀ। ਇਸ ਤਰ੍ਹਾਂ ਗੁਰੂ ਪਿਆਰਿਓ ਸਰੀਰਾਂ ਨੇ ਜਿਹੜਾ ਹੈ ਹੌਲੀ ਹੌਲੀ ਅੱਜ ਦਾ ਜਿਹੜਾ ਰੂਪ ਹੈ ਸਾਡਾ ਮਨੁੱਖਤਾ ਦਾ, ਇਹ ਬਹੁਤ ਹਜ਼ਾਰਾਂ ਸਾਲਾਂ ਬਾਅਦ ਆਇਆ। ਤੋ ਅਕਾਲ ਪੁਰਖ ਨੇ ਰਚਨਾ ਰਚੀ ਹੈ, 5 ਤੱਤਾਂ ਦਾ ਸਰੀਰ ਬਣਾ ਕਰਕੇ ਇਹਦੇ ਵਿੱਚ ਸਵਾਸ ਚਲਾ ਦਿੱਤੇ, ਅਤੇ ਜਿੰਨਾ ਚਿਰ ਪਰਮੇਸ਼ਰ ਨੇ ਸਵਾਸ ਪਾ ਦਿੱਤੇ ਜਿੰਨੇ ਸਮੇਂ ਵਾਸਤੇ, ਉਹਨਾਂ ਚਿਰ ਇਹ ਸਰੀਰ ਭੱਜਦਾ ਦੌੜਦਾ ਹੱਸਦਾ ਖੇਡਦਾ ਚੱਲਦਾ ਫਿਰਦਾ ਰਹਿੰਦਾ ਹੈ। ਪਰ ਜਦੋਂ ਹੀ ਉਹ ਪਰਮੇਸ਼ਰ ਆਪਣੀ ਦਿੱਤੀ ਇਹ ਦਾਤ ਸਵਾਸਾਂ ਦੀ ਪੂੰਜੀ ਨੂੰ ਵਾਪਸ ਖਿਲਾ ਲੈਂਦਾ ਹੈ, ਸਵਾਸਾਂ ਦੀ ਲੜੀ ਨੂੰ ਖਿੱਚ ਲੈਂਦਾ ਹੈ। ਫਿਰਤੀ ਮਾਲਾ ਬਹੁ ਵਿਧ ਭਾਏ, ਖਿੰਚਿਆ ਸੂਤ ਤਾਂ ਆਈ ਥਾਏ। ਇਹ ਮਾਲਾ ਕਹਿੰਦੇ ਬੜੀ ਘੁੰਮਦੀ ਹੈ, ਕਿੰਨਾ ਚਿਰ, ਜਿੰਨਾ ਚਿਰ ਮਣਕਾ ਦੇ ਵਿੱਚ ਧਾਗੇ ਵਗਦੇ ਹੈ। ਜਿੰਨਾ ਚਿਰ ਮਣਕਿਆਂ ਵਿੱਚ ਧਾਗਾ ਹੈ ਓਨਾ ਚਿਰ ਹੀ ਘੁੰਮਦੀ ਆ। ਅਤੇ ਜਦੋਂ ਪਰਮੇਸ਼ਰ ਸਵਾਸਾਂ ਦਾ ਧਾਗਾ ਸਾਡੇ ਸਰੀਰ ਰੂਪੀ ਮਣਕਿਆਂ 'ਚੋਂ ਖਿੱਚ ਲੈਂਦਾ, ਜਿਹੜੇ ਮਣਕੇ 'ਚੋਂ ਧਾਗਾ ਨਿਕਲ ਜਾਂਦਾ ਉਹ ਡਿੱਗ ਪੈਂਦਾ। ਕੋ ਸਤਨਾਮ ਸੀ। ਐਸੀ ਹਾਲਤ ਹੈ ਸਾਡੀ। ਉਸ ਵਿਰਾਗ ਕਰਨ ਵਾਲੇ ਰੋਣ ਵਾਲੇ ਮਨੁੱਖ ਨੂੰ ਸਮਝਾਉਂਦੇ ਆ, ਬੁੱਝ ਰੇ ਗਿਆਨੀ ਇਹੋ ਵਿਚਾਰ, ਤੂੰ ਇਸ ਗੱਲ ਨੂੰ ਸਮਝ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਰੋਣ ਹਾਰਾ ਕਿਹਨੂੰ ਰੋਂਦਾ ਹੈ? ਜੇ ਸਰੀਰ ਨੂੰ ਰੋਣਾ ਤੇ ਤੇਰੇ ਸਾਹਮਣੇ ਪਿਆ, ਫਿਰ ਚੱਕ ਕੇ ਘਰੇ ਲੈ ਜਾ, ਘਰੇ ਰੱਖ ਲਾ, ਫਿਰ ਨਾ ਬਾਹਰ ਛੱਡ ਕੇ ਆ। ਜੇ ਤੂੰ ਬੋਲਣ ਵਾਲੇ ਰੋਣਾ ਤੇ ਉਹ ਮਰਿਆ ਨਹੀਂ, ਉਹ ਵਿੱਚੋਂ ਨਿਕਲਿਆ। ਤੇ ਇਹ 5 ਤੱਤ ਜਿੱਥੋਂ ਆਏ ਹਨ ਉੱਥੇ ਚਲੇ ਜਾਣਗੇ। ਹਵਾ ਹਵਾ ਵਿੱਚ ਸਮਾ ਗਈ ਹੈ। ਜਦੋਂ ਇਸ ਸਰੀਰ ਦਾ ਸੰਸਕਾਰ ਹੋ ਜਾਣਾ ਤੇ ਵਿੱਚ ਜਿਹੜੀ ਪਾਣੀ ਹੈ ਉਹ ਭਾਪ ਬਣ ਕੇ ਉੱਡ ਕੇ ਪਾਣੀ ਵੀ ਚਲਿਆ ਜਾਣਾ। ਮਿੱਟੀ ਮਿੱਟੀ ਵਿੱਚ ਮਿਲ ਜਾਣੀ ਹੈ, ਅਤੇ ਅਗਨੀ ਤੱਤ ਹੈ ਜਿਹੜਾ ਉਹ ਅਗਨੀ ਤੱਤ ਵਿੱਚ ਮਿਲ ਜਾਣਾ ਹੈ। ਇਸ ਤਰ੍ਹਾਂ ਆਕਾਸ਼ ਆਕਾਸ਼ ਵਿੱਚ ਮਿਲ ਗਿਆ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਦੇ ਵਿੱਚ ਵਿਰਾਗ ਕਰਨ ਵਾਲੀ ਕਿਹੜੀ ਗੱਲ ਹੈ? ਪਰਮੇਸ਼ਰ ਨੇ ਖੇਡ ਰਚੀ ਸੀ। ਜਿੰਨਾ ਚਿਰ ਜੀਵ ਨੂੰ ਵਿੱਚ ਰੱਖਿਆ, ਇਹ ਗੁਰੂ ਪਿਆਰਿਓ ਉਹਦੇ ਵਿੱਚ ਖੇਡਦਾ ਰਿਹਾ। ਜਦੋਂ ਹੁਕਮ ਹੋਇਆ ਵਾਪਸ ਆ ਗਿਆ। ਜਿਨ ਤੋਂ ਭੇਜੇ ਤਿਨੇ ਬੁਲਾਏ, ਸੁਖ ਸਹਿ ਸੇਤੀ ਘਰ ਆਓ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ। ਅਬਦਾ ਭਈ ਬਤੀਤ। ਇਹਦਾ ਮਤਲਬ ਕੀ ਹੈ? ਇੱਥੇ ਮਿੱਤਰ ਪਰਮੇਸ਼ਰ ਨੇ ਆਤਮਾ ਨੂੰ ਕਿਹਾ, ਹੇ ਜੀਵ ਆਤਮਾ, ਹੁਣ ਤੂੰ ਵਾਪਸ ਘਰੇ ਆ ਜਾ। ਤੈਨੂੰ ਮੈਂ ਭੇਜਿਆ ਸੀ, ਮੇਰੇ ਕੋਲ ਆ ਜਾ। ਕਦੋਂ ਭੇਜਿਆ ਸੀ? ਕੇਵਲ ਜਾਮੇ ਮਨੁੱਖਾ ਜਾਮੇ 'ਚ ਨਹੀਂ, ਹਜ਼ਾਰਾਂ ਸਾਲ ਪਹਿਲਾਂ ਇਹ ਜੀਵਾਂ ਨੂੰ ਸਾਜਿਆ ਸੀਗਾ। ਪਰ ਜੀਵ ਫਿਰ ਟੇਢੀਆਂ ਜੂਨਾਂ ਵਿੱਚ ਪੈ ਕੇ ਆਪਣੇ ਘਰ ਨੂੰ ਭੁੱਲ ਗਿਆ। ਇਸ ਮਨੁੱਖਾ ਜਾਮੇ ਵਿੱਚ ਆ ਕੇ ਗੁਰੂ ਨੇ ਸਮਝਾਇਆ ਵੀ ਤੇਰਾ ਘਰ ਹੋਰ ਹੈ। ਮੁਕਾਮ ਤਾਂ ਪਰ ਜਾਣੀਐ ਮੁਕਾਮ,
ਕਹਿਣ ਲੱਗੇ ਮੁਕਾਮ ਕਰ ਘਰ ਵੈਸਣਾ ਨਿਤ ਚੱਲਣਾ ਕੀ ਧੋਖ। ਇਹਨੂੰ ਕੌਣ ਮੁਕਾਮ ਸਮਝਦਾ? ਮੁਕਾਮ ਤਾਂ ਉਹ ਜਿਹੜਾ ਪੱਕਾ ਰਹੇ। ਮੁਕਾਮ ਤਾਂ ਪਰ ਜਾਣੀਆਂ ਜਾਰਾ ਹੈ ਨਿਚਲ ਲੋਕ। ਕੋਈ ਸਦਾ ਰਹਿੰਦਾ ਹੋਵੇ ਤਾਂ ਉਹਨੂੰ ਕਹੀਏ ਵੀ ਇਹ ਮੁਕਾਮ ਹੈ ਸਾਡਾ, ਪੱਕਾ ਹੈ, ਮੰਜ਼ਿਲ ਸਾਡੀ ਇੱਥੇ ਹੀ ਆ। ਨਹੀਂ, ਇਹ ਤਾਂ ਧੋਖਾ ਹੈ। ਇੰਨੀ ਲੋਣੀ ਵੇਖਦਿਆਂ ਕੀਤੀ ਚੱਲ ਗਈ ਫਰੀਦਾ। ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਦੁਨੀਆ ਤੁਰੀ ਜਾ ਰਹੀ ਹੈ, ਤਾਂ ਧੋਖਾ ਹੈ। ਇਹ ਮੁਕਾਮ ਨਹੀਂ ਆਪਣਾ, ਘਰ ਕੋਈ ਹੋਰ ਹੈ। ਜੋ ਇਹ ਜਾਣੈ ਸੋ ਇਹ ਨਾ ਹੈ। ਜਿਹੜਾ ਤੂੰ ਸਮਝਦਾ ਉਹ ਠੀਕ ਨਹੀਂ ਹੈ, ਉਲਟ ਹੈ। ਤੂੰ ਆਪਣੇ ਅਸਲੀ ਘਰ ਨੂੰ ਲੱਭਣਾ ਕਰ। ਉਸ ਪੰਡਤ ਨੂੰ ਸਮਝਾਉਂਦੇ ਹੋਏ ਪਾਤਸ਼ਾਹ ਜੀ ਕਹਿੰਦੇ ਭਲਿਆ ਇਹ ਪੰਜਾਂ ਤੱਤਾਂ ਦੀ ਖੇਡ ਹੈ। ਵਿੱਚ ਇਹਦੇ ਜੀਵ ਆਤਮਾ ਹੈ। 9 ਦਰਵਾਜ਼ੇ 10ਵਾਂ ਦੁਆਰ। ਬੂਝਰ ਗਿਆਨੀ ਇਹੋ ਵਿਚਾਰ। ਕਹਤਾ ਬਖਤਾ ਸੁਣਤਾ ਸੋਈ। ਇਹ ਜਿਹੜਾ ਸੁੰਦਰ ਸਰੀਰ ਪਰਮੇਸ਼ਰ ਨੇ ਸਾਜਿਆ ਹੈ, ਇਹਦੇ ਵਿੱਚੋਂ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਵਾਸਾ ਵੀ ਹੈ। ਇਹਦੇ ਵਿੱਚ ਤੂੰ ਵੀ ਵਸਦਾ ਹੈ। ਪਰ ਜਦੋਂ ਪਰਮੇਸ਼ਰ ਦਾ ਹੁਕਮ ਹੁੰਦਾ ਹੈ ਤੇ ਇਹਦੇ ਵਿੱਚੋਂ ਜੀਵ ਆਤਮਾ ਨਿਕਲ ਜਾਂਦੀ ਹੈ। ਤਾਂ ਤੇ ਭਲਿਆ ਆਪਣੇ ਨਿਜ ਸਰੂਪ ਦੀ ਵਿਚਾਰ ਕਰ, ਤੂੰ ਕੌਣ ਹੈ? ਆਪਾਂ ਜਦੋਂ ਕਿਤੇ ਇਕੱਲੇ ਬੈਠੇ ਹੋਈਏ ਨਾ, ਫਿਰ ਸੋਚੀਏ ਵੀ ਮੈਂ ਸਰੀਰ ਵਿੱਚ ਕਿੱਥੇ ਰਹਿਣਾ। ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਦੁਖਦਾ। ਬੰਦਾ ਕਹਿੰਦਾ ਮੇਰਾ ਸਿਰ ਦੁਖਦਾ, ਮੇਰਾ ਹੱਥ ਦੁਖਦਾ, ਪੈਰ ਦੁਖਦਾ। ਐਂ ਤਾਂ ਨਹੀਂ ਕਹਿੰਦਾ ਮੈਂ ਦੁਖਦਾ। ਐਂ ਤਾਂ ਕਦੇ ਵੀ ਨਹੀਂ ਕਿਸੇ ਨੇ ਕਿਹਾ ਕਿ ਮੈਂ ਦੁਖਦਾ। ਹਾਂ, ਸਰੀਰ ਨਾਲ ਜੁੜਨ ਕਰਕੇ ਮੈਂ ਦੁਖੀ ਬਹੁਤ ਹਾਂ, ਕਿਉਂਕਿ ਮੇਰਾ ਸਰੀਰ ਮੇਰੇ ਕੰਮ ਦਾ ਨਹੀਂ ਰਿਹਾ, ਇਹ ਦੁਖਦਾ ਰਹਿੰਦਾ। ਸਰੀਰ ਨੂੰ ਬਿਮਾਰੀਆਂ ਲੱਗ ਗਈਆਂ। ਜੀਵ ਆਤਮੇ ਨੂੰ ਸੁੰਦਰ ਸਰੀਰ ਦਿੱਤਾ ਸੀਗਾ ਤੇ ਇਸ ਦਾ ਨੁਕਸਾਨ ਵੀ ਇਹਨੇ ਆਪਣੀ ਮਰਜ਼ੀ ਨਾਲ ਹੀ ਕੀਤਾ। ਚੰਗਾ ਮਾੜਾ ਖਾ ਪੀ ਕੇ ਗਲਤ। ਗੁਰੂ ਪਿਆਰਿਓ, ਸਰੀਰ ਨੂੰ ਵਰਤੋਂ ਕਰਕੇ ਤੇ ਸਰੀਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਪੈਦਾ ਕੀਤੀਆਂ। ਹੁਣ ਇਹ ਸਰੀਰ ਜਿਹੜੀ ਸੁੰਦਰ ਗੱਡੀ ਪਰਮੇਸ਼ਰ ਦਿੱਤੀ, ਸੁੰਦਰ ਘੋੜੀ ਦਿੱਤੀ ਸੀ, ਇਸ ਨੂੰ ਬੰਦੇ ਨੇ ਖਰਾਬ ਕਰ ਲਿਆ ਤੇ ਅਖੀਰ ਇਹ ਸਰੀਰ ਹੱਥੋਂ ਨਿਕਲ ਜਾਂਦਾ, ਨਾਲ ਨਹੀਂ ਜਾਂਦਾ ਕਿਸੇ ਦੇ ਵੀ। ਇੱਥੋਂ ਲਿਆ ਤੇ ਇੱਥੇ ਹੀ ਰਹਿ ਜਾਣਾ। ਹਾਂ, ਤੇਰਾ ਘਰ ਕਿਤੇ ਹੋਰ ਹੈ, ਤੂੰ ਚੱਲ ਉੱਥੇ। ਬੁੱਝਰੇ ਗਿਆਨੀ ਇਹੋ ਵਿਚਾਰ। ਉਹ ਗਿਆਨੀ ਪੰਡਤ ਭਾਵ ਸਾਰਿਆਂ ਨੂੰ ਸਾਂਝੀ ਗੱਲ ਹੈ। ਸਮਝ ਇਸ ਗੱਲ ਨੂੰ। ਕਥਤਾ ਬਖਤਾ ਸੁਣਤਾ ਸੋਈ। ਇਹ ਸਰੀਰ ਦੇ ਵਿੱਚ ਇੱਕ ਉਹ ਤੱਤ ਹੈ, 6ਵਾਂ। 5 ਤੱਤਾਂ ਦਾ ਸਰੀਰ ਹੈ। 6ਵਾਂ ਤੱਤ ਹੈ ਜਿਹੜਾ ਉਹਨੂੰ ਕਿਸੇ ਨੇ ਨਹੀਂ ਸਮਝਿਆ। ਉਹ ਜਿਹੜਾ 6ਵਾਂ ਤੱਤ ਹੈ ਪਰਮਾਤਮਾ ਦੀ ਅੰਸ਼, ਪਰਮਾਤਮਾ ਦਾ ਜੀਵ ਆਤਮਾ, ਕਹਿੰਦੇ ਉਹ ਹੀ ਇਹਦੇ ਵਿੱਚ ਬੋਲਦਾ ਹੈ, ਕਥਨ ਕਰਦਾ ਹੈ, ਬੋਲਦਾ ਹੈ, ਔਰ ਉਹ ਹੀ ਸੁਣਦਾ ਹੈ। ਉਹ ਹੀ ਬੋਲਦਾ ਹੈ, ਉਹ ਹੀ ਸੁਣਦਾ ਹੈ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਨਹਾਰਾ, ਆਪੇ ਦੇਖੈ, ਆਪੇ ਬੂਝੈ, ਆਪੇ ਹੈ ਬਣਜਾਰਾ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਮੂਰਖ ਨੂੰ ਕਿਵੇਂ ਸਮਝ ਆਵੇ ਬਈ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਤੇਰੇ ਨਾਲ ਹੈ। ਉਹ ਹੀ ਤੇਰੇ ਅੰਦਰ ਜੱਜਮੈਂਟ ਕਰਦਾ ਹੈ। ਕੰਡਾ ਉਹ ਹੀ ਤੋਲਣ ਵਾਲਾ ਹੈ, ਉਹ ਹੀ ਸੌਦਾ ਪਾਉਣ ਵਾਲਾ, ਉਹੀ ਸੌਦਾ ਕੱਢਣ ਵਾਲਾ। ਜਿਵੇਂ ਕੋਈ ਬਾਣੀਆਂ ਦੁਕਾਨ 'ਤੇ ਸੌਦਾ ਵੇਚਦਾ, ਭਾਵ ਉਹ ਪਰਮੇਸ਼ਰ ਹੀ ਦਾਤਾਂ ਦੇਣ ਵਾਲਾ, ਲੈਣ ਵਾਲਾ, ਉਹੀ ਜੱਜਮੈਂਟ ਕਰਨ ਵਾਲਾ ਹੈ। ਉਹੀ ਇਹ ਸਮਝਣ ਵਾਲਾ ਕਿ ਇਹਨੂੰ ਕਦੋਂ ਕੀ ਚਾਹੀਦਾ। ਆ ਬੱਚੇ ਦੀ ਗੱਲ ਕਰ ਲਓ। ਜਿੰਨਾ ਚਿਰ ਬੱਚਾ ਮਾਂ ਦੇ ਪੇਟ ਵਿੱਚ ਹੈ, ਮਾਂ ਕੋਲ ਕੋਈ ਦੁੱਧ ਨਹੀਂ ਹੈ। ਜਾਂ ਬੱਚਾ ਜਿੰਨਾ ਚਿਰ ਜਨਮ ਨਹੀਂ ਲੈਂਦਾ, ਜਾਂ ਮਾਤਾ ਦੇ ਕੋਲ ਆਇਆ ਹੀ ਨਹੀਂ, ਤੇ ਮਾਂ ਦੇ ਕੋਲ ਕੋਈ ਦੁੱਧ ਨਹੀਂ ਹੈ। ਸਰੀਰ ਵਿੱਚ ਖੂਨ ਹੀ ਵਗਦਾ ਸਾਰੀਆਂ ਨਾੜਾਂ ਵਿੱਚ। ਪਰ ਕਮਾਲ ਦੀ ਗੱਲ ਹੈ, ਜਦੋਂ ਹੀ ਬੱਚਾ ਜਨਮ ਲੈ ਲੈਂਦਾ, ਉਹੀ ਖੂਨ ਮਾਂ ਦੇ ਅੰਦਰ ਦੁੱਧ ਬਣ ਜਾਂਦਾ। ਕੋਈ ਸਤਨਾਮ ਸ੍ਰੀ, ਮਤਲਬ ਉਹ ਜਿਹੜਾ ਪਰਮੇਸ਼ਰ ਹੈ ਉਹ ਸਭ ਜਾਣਦਾ ਜੀਵ ਨੂੰ ਕਦੋਂ ਕੀ ਚਾਹੀਦਾ। ਤੁਲਸੀਦਾਸ ਕਹਿਣ ਲੱਗਿਆ, ਧੰਨ ਹੈ ਪਰਮੇਸ਼ਰ ਪਰਾ ਲਬਦ ਪਹਿਲੇ ਰਚੀ, ਪਾਛੇ ਰਚਿਓ ਸਰੀਰ। ਪਹਿਲਾਂ ਪਰਮੇਸ਼ਰ ਨੇ ਭੋਜਨ ਬਣਾਇਆ ਜੀਵ ਦਾ, ਫਿਰ ਜੀਵ ਨੂੰ ਸਾਜਿਆ।
फिर इसकी रचना की शरीर की, पहला इसकी खुराक का इंतजाम किया। सतगुरु पातशाह जी कहते ज्ञानी जी, पंडित जी सोचो, ये जो तेरा बाप का शरीर पिया, ये बोलन वाला किधर गया? बाबा बोलते थे कहाँ गए, देही के संग रहते, सुरत माहे जो नृत्य करते, कथा वार्ता कहते। हे भाई, ਇਹਦੇ ਵਿੱਚ ਉਹ ਆਪ ਹੀ ਗਾਉਣ ਬੋਲਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ, ਉਹ ਹੀ ਗਿਆਨੀ ਹੈ, ਉਹ ਹੀ ਗਿਆਨਵਾਨ ਹੁੰਦਾ ਹੈ, ਆਪਣੇ ਆਤਮਾ ਦੀ ਵਿਚਾਰ ਕਰਦਾ ਹੈ। ਭਾਵ ਉਹ ਗਿਆਨੀ ਹੈ ਜਿਹੜਾ ਪਹਿਲਾਂ ਆਪਣੇ ਆਪੇ ਦੀ ਖੋਜ ਕਰੇ, ਜਿਹੜਾ ਆਪਣੇ ਅੰਦਰ ਜਾਂਦਾ, ਕਿਤੇ ਨਹੀਂ ਜਾਂਦਾ, ਕਿਤੇ ਗਿਆ ਨਹੀਂ, ਜਿਹੜਾ ਕਿਤੇ ਹੋਰ ਨਹੀਂ ਜਾਂਦਾ। ਸਾਡਾ ਮਨ ਤਾਂ ਜਾਂਦਾ ਨਾ, ਜਿਹਦਾ ਮਨ ਭਟਕਦਾ ਹੈ, ਕਦੇ ਦਿੱਲੀ, ਕਦੇ ਦੱਖਣ, ਕਦੇ ਘਰੇ, ਕਦੇ ਦੁਕਾਨ 'ਤੇ, ਕਦੇ ਗੁਰਦੁਆਰੇ, ਗੁਰਦੁਆਰੇ ਸਰੀਰ ਛੱਡ ਕੇ ਘਰੇ ਭੱਜ ਗਿਆ, ਇਹ ਜਾਂਦਾ ਨਾ। ਪਰ ਗਿਆਨੀ ਕੌਣ ਹੈ? ਜਿਹਦਾ ਮਨ ਇੱਕ ਥਾਂ 'ਤੇ ਕੱਢ ਗਿਆ, ਕਿਤੇ ਗਿਆ ਨਹੀਂ, ਕਿਤੇ ਨਹੀਂ ਜਾਂਦਾ, ਜਿਹੜਾ ਇੱਥੇ ਖੜ ਗਿਆ, ਆਪਣੇ ਆਪੇ 'ਤੇ ਖੜ ਗਿਆ, ਜਿਹੜਾ ਉਹ ਬਣ ਗਿਆ ਗਿਆਨੀ। ਭਾਵ ਉਹਨੇ ਆਪਣੇ ਆਪੇ ਦੀ ਖੋਜ ਕਰ ਲਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾਹੇ। ਬ੍ਰਾਹਮਣ ਕੌਣ ਹੈ? ਜਿਹੜਾ ਅੰਦਰਲੇ ਮਨ ਦੀ ਵਿਚਾਰ ਕਰਦਾ ਹੈ, ਬ੍ਰਹਮ ਦੀ ਵਿਚਾਰ ਕਰਦਾ ਹੈ। ਸਾਡਾ ਮਨ ਜਿਹੜਾ ਹੈ ਇਹ ਦੋ ਹਿੱਸਿਆਂ ਵਿੱਚ ਟੁੱਟ ਗਿਆ। ਅੱਧਾ ਮਨ ਸਾਡਾ ਬਾਹਰ ਨਿਕਲ ਗਿਆ, ਮੋਹ ਮਮਤਾ 'ਚ ਫਸ ਗਿਆ, ਦੁਨੀਆ ਨਾਲ ਜੁੜ ਗਿਆ। ਇੱਕ ਅੱਧਾ ਮਨ ਸਾਡਾ ਅੰਦਰ ਬੈਠਾ ਹੈ। ਅਤੇ ਬ੍ਰਾਹਮਣ ਕੌਣ ਹੈ? ਜਿਹੜਾ ਦੋਨਾਂ ਮਨਾਂ ਨੂੰ ਇਕੱਠੇ ਕਰ ਲਵੇ। ਇਹ ਮਨ ਲੈ ਜੋ ਉਨਮਨ ਰਹੇ, ਬਾਹਰਲੀ ਸੁਰਤ ਨੂੰ ਅੰਦਰਲੀ ਸੁਰਤ ਸ਼ਬਦ ਨਾਲ ਜੋੜ ਲਵੇ, ਜਿਹੜਾ ਉਹੀ ਹੀ ਬ੍ਰਾਹਮਣ ਹੈ, ਉਹੀ ਹੀ ਗਿਆਨੀ ਹੈ, ਜਿਹੜਾ ਕਿਤੇ ਨਹੀਂ ਜਾਂਦਾ, ਆਪਣੇ ਅੰਦਰ ਜਾਂਦਾ, ਜਿਹੜਾ ਕਿਤੇ ਗਿਆ ਨਹੀਂ, ਪਲੱਸ ਨਹੀਂ। ਤਾਂ ਇਸੇ ਤਰ੍ਹਾਂ ਬ੍ਰਾਹਮਣ ਕੌਣ ਹੈ? ਬ੍ਰਾਹਮਣ ਸੋ ਜੋ ਬ੍ਰਹਮ ਵਿਚਾਰੈ, ਸੋ ਕਹੀਅਤ ਹੈ ਬ੍ਰਾਹਮਣ ਹਮਾਰਾ। ਕਬੀਰ ਸਾਹਿਬ ਜੀ ਕਹਿੰਦੇ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੈ। ਨਾ ਕੋਈ ਜਾਤ ਪਾਤ ਹੈ, ਨਾ ਕੋਈ ਗਿਆਨੀ ਜਾਤ ਪਾਤ ਹੈ। ਕਈ ਵਾਰੀ ਲੋਕ ਕਿਸੇ ਦੀ ਪੱਗ ਬੰਨੀ ਦੇ ਕਹਿੰਦਾ ਗਿਆਨੀ ਜੀ, ਗਿਆਨੀ ਜੀ। ਨਹੀਂ, ਇਹ ਗਿਆਨੀ ਕੋਈ ਜਾਤ ਪਾਤ ਨਹੀਂ ਹੈ, ਬ੍ਰਾਹਮਣ ਵੀ ਕੋਈ ਜਾਤ ਪਾਤ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਸਿੱਖੋ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਉਹ ਹੀ ਬ੍ਰਾਹਮਣ ਹੈ, ਉਹ ਹੀ ਗਿਆਨਵਾਨ ਹੈ, ਗਿਆਨੀ ਹੈ। ਬੁੱਝਰੇ ਗਿਆਨੀ ਇਹੋ ਵਿਚਾਰ, ਇਸ ਵਿਚਾਰ ਨੂੰ ਸਮਝ ਨਾ ਕਰ। ਕਥਤਾ ਬਖਤਾ ਸੁਣਤਾ ਸੋਈ, ਆਪ ਵਿਚਾਰੈ ਸੋ ਗਿਆਨੀ ਹੋਈ। ਇਹਨਾਂ 9 ਦਰਵਾਜ਼ਿਆਂ ਵਿੱਚ ਕਦੇ ਕੰਨਾਂ ਵਿੱਚ ਆ ਕੇ ਸੁਣਨ ਲੱਗ ਜਾਂਦਾ ਹੈ, ਕਦੇ ਅੱਖਾਂ 'ਚੋਂ ਆ ਕੇ ਵੇਖਣ ਲੱਗ ਜਾਂਦਾ ਹੈ, ਕਦੇ ਜ਼ੁਬਾਨ 'ਚੋਂ ਬੋਲਣ ਲੱਗ ਜਾਂਦਾ ਹੈ। ਇਹਨਾਂ 9 ਦੁਆਰਿਆਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਪਰ ਕਿਸੇ ਵਿਰਲੇ ਦਾ 9 ਦੁਆਰਿਆਂ ਨੂੰ ਛੱਡ ਕੇ 10ਵੇਂ ਘਰ ਜਾ ਬਹਿੰਦਾ, ਕੋਈ ਸਤਨਾਮ ਸੀ। ਫਿਰ ਉੱਥੋਂ ਗਿਆਨ ਪੈਦਾ ਹੁੰਦਾ, ਉਹਨੂੰ ਕਹਿੰਦੇ ਆ ਗਿਆਨੀ। ਫਿਰ ਉਹ ਕਿਤੇ ਨਹੀਂ ਜਾਂਦਾ, ਆਪਣੇ ਅੰਦਰ ਹੀ ਜਾਂਦਾ। ਜਦੋਂ ਵੀ ਜਾਂਦਾ ਹੈ ਆਪਣੇ ਅੰਦਰ ਹੀ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਗ੍ਰੰਥਾਂ ਦਾ ਰਚਨ ਵਾਲਾ, ਗ੍ਰੰਥਾਂ ਦਾ ਵਕਤਾ ਵਿਖਿਆਨ ਕਰਨ ਵਾਲਾ, ਗ੍ਰੰਥਾਂ ਨੂੰ ਸੁਣਨ ਵਾਲਾ ਸਰੋਤਾ, ਉਹ ਪਰਮੇਸ਼ਰ ਆਪ ਹੀ ਸਾਰੇ ਜੀਵਾਂ ਦੇ ਵਿੱਚ ਹੈ। ਪੰਡਤ ਜੀ ਕੀ ਹੋਇਆ? ਤੇਰਾ ਬਾਪ ਮਰ ਗਿਆ, ਉਹ ਪਰਮੇਸ਼ਰ ਦੂਸਰੇ ਜੀਵਾਂ ਦੇ ਵਿੱਚ ਵੀ ਤਾਂ ਹੈ ਨਾ, ਸਾਰਿਆਂ ਵਿੱਚ ਉਹ ਹੀ ਕਾਰਜ ਕਰਤਾ ਹੈ। ਤਾਂ ਤੇ ਇਸ ਪ੍ਰਕਾਰ ਜਾਣ ਕਿ ਜੋ ਬ੍ਰਹਮ ਆਤਮਾ ਨੂੰ ਆਪਣਾ ਆਪ ਰੂਪ ਕਰਕੇ ਵਿਚਾਰਦਾ ਹੈ, ਉਹ ਹੀ ਸਾਰਿਆਂ ਵਿੱਚ ਰਮਿਆ ਹੋਇਆ। ਇੱਥੇ ਪਹੁੰਚੇ ਭਾਈ ਕਨ੍ਹਈਆ ਜੀ, ਜਿਹੜੇ ਜੰਗ ਦੇ ਮੈਦਾਨ ਵਿੱਚ ਜਲ ਛਕਾਉਂਦੇ ਹੋਏ, ਜਿੱਥੇ ਸਿੱਖ ਫੌਜਾਂ ਨੂੰ ਪਾਣੀ ਪਿਆਉਂਦੇ ਆ, ਉੱਥੇ ਮੁਸਲਮਾਨ ਫੌਜਾਂ ਨੂੰ ਵੀ ਪਾਣੀ ਪਿਆ ਦਿੰਦੇ ਆ। ਭਾਵ ਜਿਹੜਾ ਵੀ ਬੁੱਕ ਕਰਦਾ ਹੈ, ਗੁਰੂ ਪਿਆਰੋ ਜਿਹੜੀ ਮਸ਼ਕ ਢੂਈ 'ਤੇ ਚੱਕੀ ਹੋਈ ਆ, ਉਹਦਾ ਮੂੰਹ ਖੱਬੇ ਹੱਥ ਵੱਲ ਫੜਿਆ ਹੋਇਆ। ਜਿਹੜਾ ਵੀ ਬੁੱਕ ਕਰਦਾ ਉਹਦੇ ਕੰਨੀ ਪਾਣੀ ਪਾ ਦਿੰਦੇ ਆ। ਅਤੇ ਕੁਝ ਅਣਜਾਣ ਲੋਕਾਂ ਨੇ ਸ਼ਿਕਾਇਤ ਲਾ ਦਿੱਤੀ 10ਵੇਂ ਪਾਤਸ਼ਾਹ ਜੀ ਨੂੰ, ਜੀ ਕਨ੍ਹਈਏ ਨੂੰ ਸਮਝਾਓ। ਕਹਿੰਦੇ ਕਿਉਂ ਭਾਈ? ਮਹਾਰਾਜ ਅਸੀਂ ਦੁਸ਼ਮਣ ਨੂੰ ਮਾਰ ਕੇ ਸਿੱਟਦੇ ਹਾਂ ਅਤੇ ਉਹ ਪਾਣੀ ਪਿਆ ਕੇ ਫਿਰ ਖੜੇ ਕਰ ਦਿੰਦਾ ਲੜਨ ਵਾਸਤੇ। ਕਿ ਪਾਤਸ਼ਾਹ ਸੱਦ ਲਿਆ, ਹਾਂ ਭਾਈ ਕਨ੍ਹਈਆ ਤੇਰੀ ਸ਼ਿਕਾਇਤ ਆਈ ਆ, ਤੂੰ ਦੁਸ਼ਮਣ ਨੂੰ ਪਾਣੀ ਪਿਆਉਣਾ
ਤਾਂ ਭਾਈ ਕਨ੍ਹਈਆ ਜੀ ਕਹਿੰਦੇ ਨਾ ਜੀ ਨਾ, ਮੈਂ ਕਿਸੇ ਦੁਸ਼ਮਣ ਨੂੰ ਪਿਆਇਆ ਨਾ ਮਿੱਤਰ ਨੂੰ ਪਿਆਇਆ। ਫਿਰ ਤੇਰੀ ਡਿਊਟੀ ਪਾਣੀ ਪਿਆਉਣ ਦੀ ਲਾਈ ਆ। ਹਾਂ ਮਹਾਰਾਜ ਪਾਣੀ ਤਾਂ ਮੈਂ ਪਿਆਉਣਾ, ਫਿਰ ਤੂੰ ਕਿਹਨੂੰ ਪਿਆਉਣਾ? ਕਹਿੰਦਾ ਜੀ ਮੈਂ ਪਾਣੀ ਜਿਹੜਾ ਪਿਆਉਣਾ ਉਹ ਤੁਹਾਨੂੰ ਹੀ ਪਿਆਉਣਾ, ਨਾ ਮੈਂ ਕਿਸੇ ਦੁਸ਼ਮਣ ਨੂੰ ਪਿਆਇਆ ਨਾ ਮਿੱਤਰ ਨੂੰ ਪਿਆਇਆ। ਹੁਣ ਇਸ ਗੱਲ ਨੂੰ ਗੁਰੂ ਸਾਹਿਬ ਵੀ ਸਮਝਦੇ ਆ ਵੀ ਇਹਦੀ ਅਵਸਥਾ ਜਿਹੜੀ ਹੈ ਉਹ ਚੌਥੇ ਘਰ ਵਿੱਚ ਪਹੁੰਚ ਚੁੱਕੀ ਹੈ। ਜਾਗਰਤ ਜਿਹਦੇ ਵਿੱਚ ਹੁਣ ਬੈਠੇ ਆ, ਸੁਪਨਾ ਜਿਹੜਾ ਰਾਤ ਨੂੰ ਸੌਣ ਤੋਂ ਬਾਅਦ ਆਉਂਦਾ ਹੈ, ਜਾਗਤ ਸੁਪਨ ਸਖੋਪਤੀ। ਸਖੋਪਤੀ ਜਿੱਥੇ ਜਾ ਕਰਕੇ ਇਹ ਮਨੁੱਖ ਗੂੜੀ ਨੀਂਦ ਵਿੱਚ ਚਲਿਆ ਜਾਂਦਾ, ਸੁਪਨਾ ਵੀ ਨਹੀਂ ਆਉਂਦਾਗਾ। ਅਤੇ ਤੁਰੀਆ, ਤੁਰੀਆ ਉਹ ਅਵਸਥਾ ਹੈ ਜਾਗਦਾ ਹੋਇਆ ਵੀ ਸੌਣ ਵਾਲੇ ਆਨੰਦ ਨੂੰ ਲੈ ਲੈਂਦਾ ਹੈ, ਜਾਗਦਾ ਹੋਇਆ ਵੀ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹਨੂੰ ਤੁਰੀਆ ਅਵਸਥਾ ਕਹਿੰਦੇ ਆ। ਚੌਥਾ ਘਰ ਉਹਦੇ ਵਿੱਚ ਭਗਤ ਵਸਦੇ ਹਨ, ਅਤੇ ਜਿਹੜੇ ਉੱਥੇ ਜਾ ਕੇ ਆਨੰਦ ਮਾਣਦੇ ਆ। ਇਸ ਤਰ੍ਹਾਂ ਜਿਹੜਾ 10ਵੇਂ ਦੁਆਰ ਵਿੱਚ ਚਲਿਆ ਜਾਂਦਾ, ਫਿਰ ਉਹ ਹੇਠਲੇ ਦੁਆਰਿਆਂ ਵਿੱਚ ਬਹੁਤ ਘੱਟ ਆਉਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਲਿਓ ਇਹਨਾਂ ਰੋਣ ਦੀ ਲੋੜ ਨਹੀਂ ਹੈ। ਜਿਹਨੇ ਆਪਣੇ ਆਪੇ ਦੀ ਪਛਾਣ ਕਰ ਲਈ ਉਹਨਾਂ ਨੂੰ ਇਹ ਸਮਝ ਆ ਗਈ, ਆਪ ਵਿਚਾਰੈ ਗਿਆਨੀ ਸੋਈ। ਜਿਹੜਾ ਆਪਣੇ ਆਪ ਦੀ ਵਿਚਾਰ ਕਰਦਾ ਉਹ ਗਿਆਨੀ ਹੈ। ਭਾਵ ਜੀ ਨੇ ਸਮਝ ਆ ਗਈ ਬਈ ਇਹ ਸਰੀਰ ਹੁਣ ਮਿੱਟੀ ਹੈ, ਜਿਹੜਾ ਵਿੱਚ ਬੋਲਦਾ ਸੀ ਉਹ ਨਿਕਲ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਖਾਂ ਦੇ ਸਾਹਮਣੇ ਆਪਣੇ ਦੋਨੇ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਭੇਜੇ ਆ, ਜੰਗ ਵਿੱਚ ਤੋਰੇ ਆ, ਔਰ ਅੱਖਾਂ ਦੇ ਸਾਹਮਣੇ ਹਜ਼ਾਰਾਂ ਦੁਸ਼ਮਣਾਂ ਨੂੰ ਮਾਰਦੇ ਹੋਏ ਸ਼ਹੀਦੀਆਂ ਪਾ ਜਾਂਦੇ ਆ। ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪਣੀ ਅੱਖਾਂ ਨਾਲ ਦੇਖ ਰਹੇ ਆ। ਜਿਸ ਤਰ੍ਹਾਂ ਉਹਨਾਂ ਨੇ ਬਾਕੀ ਫੌਜਾਂ ਨੂੰ ਮਰਦੇ ਵੇਖਿਆ, ਉਸੇ ਤਰ੍ਹਾਂ ਆਪਣੇ ਸਾਹਿਬਜ਼ਾਦਿਆਂ ਨੂੰ ਵੀ ਦੇਖਿਆ ਸਰੀਰ ਛੱਡਦੇ ਆ। ਜਿਵੇਂ ਸਿੰਘਾਂ ਨੂੰ ਵੇਖਿਆ ਉਵੇਂ ਸਿੰਘਾਂ ਸਾਹਿਬਜ਼ਾਦਿਆਂ ਨੂੰ ਵੀ ਦੇਖਿਆ, ਪਰ ਸਮ ਹਨ, ਬਰਾਬਰ ਹਨ। ਅਤੇ ਜਿਸ ਵੇਲੇ ਚਮਕੌਰ ਦੀ ਗੜੀ ਛੱਡਣ ਲੱਗੇ, ਉੱਥੋਂ ਟੱਪਣ ਲੱਗੇ, ਤਾਂ ਗੁਰੂ ਪਿਆਰਿਓ ਭਾਈ ਦਇਆ ਸਿੰਘ ਜੀ ਜੋ ਨਾਲ ਜਾ ਰਹੇ ਆ, 3 ਸਿੱਖ ਨਾਲ ਗਏ ਆ, ਦੋਵਾਂ ਨੂੰ ਗੜੀ ਵਿੱਚ ਛੱਡ ਗਏ। ਉਹਨਾਂ 3 ਸਿੱਖਾਂ ਨੂੰ ਲੈ ਕੇ ਤੁਰੇ ਆ, ਉੱਤੋਂ ਬਿਜਲੀ ਲਸ਼ਕੀ ਆ, ਅਤੇ ਗੁਰੂ ਪਿਆਰਿਓ ਥੱਲੇ ਲਾਈਟ ਵੱਜੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਸਰੀਰ ਸਾਹਮਣੇ ਆਇਆ, ਅਤੇ ਦਇਆ ਸਿੰਘ ਜੀ ਖੜ੍ਹ ਗਏ, ਅਤੇ ਖੜ੍ਹ ਕੇ ਆਪਣਾ ਲੱਕ ਤੋਂ ਕਮਰ ਕਸਾ ਖੋਲ੍ਹਿਆ ਅਤੇ ਉਹਨਾਂ ਦੇ ਸਰੀਰ 'ਤੇ ਪਾਉਣ ਲੱਗੇ। ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੀ ਕਰਦਾ ਦਇਆ ਸਿੰਘ? ਕਹਿਣ ਲੱਗਿਆ ਕਰਨਾ ਕੀ ਹੈ ਮਹਾਰਾਜ, ਹੁਣ ਸਰੀਰ ਸੰਭਾਲ ਵੀ ਨਹੀਂ ਸਕਦੇ, ਜਾਣਾ ਪੈਣਾ, ਇਸ ਕਰਕੇ ਥੋੜ੍ਹਾ ਟੋਟਾ ਕੱਪੜੇ ਦਾ ਤਾਂ ਪਾ ਦਈਏ। ਪਾਤਸ਼ਾਹ ਕਹਿੰਦੇ ਬਿਲਕੁਲ ਨਹੀਂ, ਜਾਂ ਤਾਂ ਇੰਨਾ ਕੱਪੜਾ ਲੈ ਕੇ ਆ ਕੇ ਸਾਰਿਆਂ ਨੂੰ ਢੱਕ ਦੇ, ਅਤੇ ਜਾਂ ਫਿਰ ਇਹਨੂੰ ਵੀ ਉਹਨਾਂ ਦੇ ਬਰਾਬਰ ਹੀ ਰਹਿਣ ਦੇ। ਦੁਨੀਆ ਇਹ ਨਾ ਕਹੇ ਵੀ ਸਿੱਖ ਹੋਰ ਸਮਝੇ ਅਤੇ ਪੁੱਤ ਹੋਰ ਸਮਝੇ। ਤਾਂ ਗੁਰੂ ਪਾਤਸ਼ਾਹ ਜਾਣਦੇ ਆ ਕਿ ਹੁਣ ਮਿੱਟੀ ਹੈ, ਭਾਵੇਂ ਕਿ ਉਹ ਸਰੀਰ ਸਤਿਕਾਰਯੋਗ ਹੋ ਜਾਂਦੇ ਆ, ਜਿਹੜੇ ਸੰਸਾਰ ਵਿੱਚ ਆ ਕੇ ਪਰਉਪਕਾਰ ਕਰਦੇ ਆ, ਦੁਨੀਆ ਦੇ ਭਲੇ ਵਾਸਤੇ ਜਿਉਂਦੇ ਆ, ਭਲੇ ਵਾਸਤੇ ਮਰਦੇ ਆ, ਪਰ ਹੈ ਤਾਂ ਉਹ ਮਿੱਟੀ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਇੱਦਾਂ ਹੀ ਰਹਿਣ ਦੇ। ਇਉਂ ਸਤਿਗੁਰੂ ਸਹਿਜੇ ਹੀ ਉਹਨਾਂ ਦੇ ਕੋਲੋਂ ਲੰਘ ਗਏ। ਭਾਵ ਉਹ ਜਾਣਦੇ ਆ ਕਿ ਜਿਹੜਾ ਜੀਵ ਆਤਮਾ ਉਹ ਮਰਦਾ ਨਹੀਂ, ਉਹ ਤਾਂ ਨਿਕਲ ਚੁੱਕੇ ਆ ਸਰੀਰਾਂ 'ਚੋਂ, ਅਤੇ ਸਰੀਰ 5 ਤੱਤਾਂ ਤੋਂ ਬਣੇ ਹੈ। ਇਹ ਹੁਣ 5 ਤੱਤੇ 5 ਤੱਤਾਂ ਵਿੱਚ ਮਿਲ ਜਾਣਗੇ। ਸਤਿਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਹਨ, ਆ ਵਿਚਾਰੈ ਸੋ ਗਿਆਨੀ ਹੋਈ ਰਹਾਓ, ਦੇਹੀ ਮਾਟੀ ਬੋਲੇ ਪਾਉਣ। ਇਹ ਸਰੀਰ ਤਾਂ ਮਿੱਟੀ ਤੋਂ ਬਣਿਆ ਹੈ, ਦੇਹੀ ਮਿੱਟੀ ਤੋਂ ਬਣੀ ਹੈ, ਇਹਦੇ ਵਿੱਚ ਹਵਾ ਬੋਲਦੀ ਹੈ। ਜਿੰਨਾ ਚਿਰ ਸਵਾਸ ਸਾਡੇ ਅੰਦਰ ਚੱਲਦਾ, ਫੇਫੜੇ ਚੱਲ ਰਹੇ ਆ, ਦਿਲ ਚੱਲ ਰਿਹਾ, ਨਾੜਾਂ ਚੱਲ ਰਹੀਆਂ, ਹਵਾ ਦੇ ਨਾਲ ਨਬਜ਼ਾਂ ਚੱਲ ਰਹੀਆਂ, ਉਹਨਾਂ ਚਿਰ ਹੀ ਅਸੀਂ ਬੋਲਦੇ ਹਾਂ। ਅਤੇ ਜਿੱਦਣ ਉਹ ਸਵਾਸ ਸਾਡਾ ਆਖਰੀ ਬਾਹਰ ਨਿਕਲ ਗਿਆ ਅਤੇ ਮੁੜ ਕੇ ਸਵਾਸ ਅੰਦਰ ਨਾ ਗਿਆ, ਅਤੇ ਉਹਦੇ ਸਾਰੀ ਮਸ਼ੀਨਰੀ ਇਹ ਬੰਦ ਹੋ ਜਾਂਦੀ ਹੈ। ਫਿਰ ਇਹ ਦੇਹ ਬੰਦਾ ਨਹੀਂ, ਇਹ ਮਿੱਟੀ ਰਹਿ ਜਾਂਦੀ ਹੈ। ਇਹਨੂੰ ਅਸੀਂ ਲਾਸ਼ ਕਹਿ ਸਕਦੇ ਹਾਂ, ਮਿੱਟੀ ਕਹਿ ਸਕਦੇ ਹਾਂ, ਮ੍ਰਿਤਕ ਪ੍ਰਾਣੀ ਕਹਿ ਸਕਦੇ ਹਾਂ।
ਤਾਂ ਗੁਰੂ ਪਿਆਰਿਓ ਜਿਹੜਾ ਪ੍ਰਾਣ ਹੈ ਉਹ ਨਿਕਲ ਜਾਂਦਾ ਹੈ, ਸਰੀਰ ਰਹਿ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਦੇਹੀ ਮਾਟੀ ਬੋਲੇ ਪੌਣ, ਬੂਝਰੇ ਗਿਆਨੀ ਮੂਆ ਹੈ ਕੌਣ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਗਿਆਨੀ ਜੀ, ਪੰਡਿਤ ਜੀ ਸਮਝੋ ਕਿ ਮਰਿਆ ਕੌਣ ਹੈ। ਤੁਸੀਂ ਵਿਦਵਾਨ ਹੋ, ਬੁੱਝੋ ਕੋ ਭਲਾ ਬਈ ਦੇਹ ਸਾਡੇ ਕੋਲ ਪਈ ਆ, ਇਹ ਵੀ ਮਰੀ ਨਹੀਂ। ਅਸੀਂ ਦੇਹ ਨਾਲ ਹੀ ਜੁੜੇ ਹੋਏ ਹਾਂ, ਦੇਹ ਨਾਲ ਹੀ ਮੋਹ ਹੈ ਸਾਡਾ। ਬਸ ਜਦੋਂ ਦੋਏ ਬੋਲਣੋਂ ਬੰਦ ਕਰ ਦਿੰਦੀ ਆ, ਉਦੋਂ ਸਾਡਾ ਫਿਰ ਬਰਾਗ ਛੁੱਟ ਜਾਂਦਾ, ਅਸੀਂ ਰੋਣ ਲੱਗ ਜਾਂਦੇ ਹਾਂ ਵੀ ਇਹ ਬੋਲਦਾ ਕਿਉਂ ਨਹੀਂ ਹੁਣ। ਅਸਲ ਵਿੱਚ ਜਿਹੜਾ ਬੋਲਣ ਵਾਲਾ ਸੀ ਜੀਵ ਆਤਮਾ ਹਵਾ ਦੇ ਰੂਪ ਦੇ ਵਿੱਚ, ਉਹ ਇੱਥੋਂ ਨਿਕਲ ਚੁੱਕਿਆ ਹੈ, ਉਹ ਹਵਾ ਦੇ ਵਿੱਚ ਮਿਲ ਗਿਆ, ਜਾਂ ਫਿਰ ਜਿੱਥੇ ਉਸਨੇ ਫੁਰਨਾ ਬਣਾਇਆ ਉੱਥੇ ਜਾ ਕੇ ਨਵਾਂ ਸਰੀਰ ਧਾਰਨ ਕਰ ਲਿਆ। ਮਰਿਆ ਤਾਂ ਉਹ ਵੀ ਨਹੀਂ, ਦੇਹ ਵੀ ਹਜੇ ਮਰੀ ਨਹੀਂ, ਸਾਹਮਣੇ ਪਈ ਆ। ਵਿੱਚ ਬੋਲਣ ਵਾਲਾ ਵੀ ਮਰਿਆ ਨਹੀਂ, ਉਹ ਨਿਕਲ ਗਿਆ। ਜਿਵੇਂ ਜੋਗੀ ਪੁੱਛਦੇ ਆ ਬਾਬੇ ਨਾਨਕ ਜੀ ਨੂੰ, ਕਹਿਣ ਲੱਗੇ ਤਪੇ ਇਹ ਦੱਸ ਬਈ ਮਰਦਾ ਕੌਣ ਹੈ। ਤੇ ਬਾਬਾ ਨਾਨਕ ਜੀ ਕਹਿਣ ਲੱਗੇ ਤੁਹਾਡੇ ਗੁਰੂ ਨੇ ਗਿਆਨ ਨਹੀਂ ਦਿੱਤਾ ਗਾ, ਐਵੇਂ ਮੁੰਦਰਾ ਪਾਤੀਆਂ, ਤੁਹਾਡੇ ਸਿਰ ਘੁਣ ਮੁਣ ਕਰਕੇ ਜੋਗੀ ਬਣਾਤਾ, ਜੋੜਨ ਦਾ ਢੰਗ ਨਹੀਂ ਦੱਸਿਆ, ਕੋਈ ਨਹੀਂ ਮਰਦਾ ਗਾ। ਉਹ ਕਹਿਣ ਲੱਗੇ ਕਿਵੇਂ ਹੋ ਸਕਦਾ, ਮਰਦਾ ਨਹੀਂ ਕੋਈ। ਤੇ ਪਾਤਸ਼ਾਹ ਕਹਿੰਦੇ ਦੇਖੋ ਪੰਜੇ ਤੱਤਾਂ ਤੋਂ ਸਰੀਰ ਬਣਿਆ, ਜਦੋਂ ਇਹਦੇ ਵਿੱਚੋਂ ਬੋਲਣ ਵਾਲਾ ਨਿਕਲ ਜਾਂਦਾ ਹੈ ਆਤਮਾ, ਆਤਮਾ ਤਾਂ ਮਰਦੀ ਨਹੀਂ, ਪਰਮਾਤਮਾ ਦੀ ਅੰਸ਼ ਹੈ, ਉਹ ਤਾਂ ਨਿਕਲਦੀ ਆ ਵਿੱਚੋਂ, ਚਲੀ ਜਾਂਦੀ ਆ, ਸਰੀਰ ਬੋਲਣਾ ਬੰਦ ਕਰ ਦਿੰਦਾ। ਜਿਵੇਂ ਕੋਈ ਗੁਰੂ ਪਿਆਰਿਓ ਲਾਈਟ ਹੈ, ਚਲੀ ਜਾਵੇ ਤੇ ਆਹੀ ਜਿਹੜਾ ਮਾਈਕ ਬੋਲੀ ਜਾਂਦਾ ਹੁਣ, ਇਹੀ ਮੈਕ ਕੇਵਲ ਲੋਹਾ ਰਹਿ ਜਾਵੇਗਾ। ਜਦੋਂ ਇਹਦੇ ਵਿੱਚੋਂ ਕਰੰਟ ਆਉਣਾ ਬੰਦ ਹੋ ਗਿਆ, ਫਿਰ ਇਹ ਲੋਹਾ ਬਣ ਜਾਊਗਾ। ਇਹ ਹੁਣ ਬੋਲਦਾ ਹੈ ਤਾਂ ਬਿਜਲੀ ਕਰਕੇ, ਕਰੰਟ ਕਰਕੇ। ਜਦੋਂ ਹੀ ਪਿੱਛੋਂ ਬਿਜਲੀ ਕੱਟੀ ਗਈ, ਤੁਰੰਤ ਹੀ ਇਹ ਗੁਰੂ ਪਿਆਰਿਓ ਬੋਲਣਾ ਬੰਦ ਕਰ ਦੇਵੇਗਾ। ਐਵੇਂ ਹੀ ਪਰਮੇਸ਼ਰ ਨੇ ਜਦੋਂ ਤਾਰ ਕੱਟਤੀ, ਪਰਮੇਸ਼ਰ ਨੇ ਜਦੋਂ ਸਾਡੀ ਸਵਾਸਾਂ ਦੀ ਡੋਰ ਖਿੱਚ ਲਈ, ਫਿਰਤੀ ਮਾਲਾ ਬਹੁਵਿਧ ਭਾਏ, ਖਿੱਚਿਆ ਸੂਤ ਆਈ ਥਾਏ। ਜਦੋਂ ਮਾਲਾ ਚੋਂ ਧਾਗਾ ਖਿੱਚ ਲਿਆ, ਸਾਰੇ ਮਣਕੇ ਡਿੱਗ ਗਏ। ਇਸੇ ਤਰ੍ਹਾਂ ਹੀ ਸਰੀਰ ਹੈ ਇੱਕ ਮਣਕੇ ਦੀ ਤਰ੍ਹਾਂ, ਸਵਾਸਾਂ ਦੇ ਧਾਗੇ ਤੇ ਭੱਜਿਆ ਫਿਰਦਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗਿਆਨੀ ਜੀ ਸੋਚੋ ਭਲਾ ਮਰਦਾ ਕੌਣ ਹੈ। ਇਹਦੇ ਵਿੱਚੋਂ ਮਰਦਾ ਕੌਣ ਹੈ ਇਹ ਵੇਖੋ ਭਲਾ। ਜਿਹੜਾ ਬੋਲਣ ਵਾਲਾ ਸੀ ਉਹ ਨਿਕਲ ਗਿਆ, ਜਿਹੜਾ ਸਰੀਰ ਸੀ ਉਹ ਸਾਡੇ ਸਾਹਮਣੇ ਪਿਆ ਹੈ, ਫਿਰ ਮਰਿਆ ਕੌਣ ਆ। ਸਤਿਗੁਰੂ ਪਾਤਸ਼ਾਹ ਫਿਰ ਆਪ ਹੀ ਦੱਸਦੇ ਹੈ, ਕਹਿੰਦੇ ਅਸਲ ਵਿੱਚ ਗਿਆਨੀ ਜੀ ਜੋ ਸੁਰਤ ਹੈ, ਉਹ ਸੁਰਤ ਜਿਹੜੀ ਹੈ ਉਹ ਹੁਣ ਮਰ ਗਈ ਹੈ, ਉਹ ਵਿੱਚ ਨਹੀਂ ਰਹੀ। ਇਹਦੀ ਸੁਰਤ ਮਰ ਗਈ ਹੈ, ਇਹਨੂੰ ਸੁਰਤ ਨਹੀਂ ਹੈ ਸਰੀਰ ਨੂੰ। ਇਹ ਸਰੀਰ ਜਿਹੜਾ ਸੁਰਤ ਕਰਕੇ ਬੋਲਦਾ ਹੈ, ਸੁਰਤ ਦੇ ਵਿੱਚ ਪਰਮੇਸ਼ਰ ਸੀਗਾ, ਸੁਰਤ ਵਿੱਚੋਂ ਪਰਮੇਸ਼ਰ ਨਿਕਲ ਗਿਆ ਤੇ ਸਰੀਰ ਨੂੰ ਹੁਣ ਸੁਰਤ ਨਹੀਂ ਹੈ। ਇੱਕ ਤਾਂ ਬੇਹੋਸ਼ ਹੋ ਜਾਂਦਾ, ਉਦੋਂ ਵੀ ਸੁਰਤ ਨਹੀਂ ਹੁੰਦੀ, ਤੇ ਇੱਕ ਜਦੋਂ ਇਹਦੀ ਜਾਨ ਹੀ ਨਿਕਲ ਜਾਵੇ ਵਿੱਚੋਂ, ਫਿਰ ਵੀ ਸੁਰਤ ਨਹੀਂ ਹੁੰਦੀ। ਇਸ ਕਰਕੇ ਬਾਬਾ ਜੀ ਕਹਿੰਦੇ ਦੱਸੋ ਭਲਾ ਮਰਿਆ ਕੌਣ ਹੈ। ਮੋਈ ਸੁਰਤ ਬਾਦ ਅਹੰਕਾਰ, ਇਹਦੀ ਸੁਰਤ ਮਰ ਗਈ ਹੈ, ਇਹਦੇ ਅੰਦਰੋਂ ਕ੍ਰੋਧ ਮਰ ਗਿਆ ਹੈ, ਪੰਜੇ ਵਿਕਾਰ ਮਰ ਗਏ ਹਨ। ਹੁਣ ਇਹ ਕਿਸੇ ਨਾਲ ਗੁੱਸਾ ਨਹੀਂ ਕਰਦਾ, ਕੋਈ ਇਹਦੀ ਬਾਂਹ ਪੁੱਠੀ ਰੱਖੋ ਸਿੱਧੀ ਰੱਖੋ ਅੱਗ ਦੇ ਵਿੱਚ, ਇਹਨੂੰ ਹੁਣ ਕੋਈ ਹੰਕਾਰ ਨਹੀਂ ਹੈ। ਇੱਕ ਪਲ ਵਿੱਚ ਸਾਰੀ ਸੰਪਤੀ ਛੱਡ ਕੇ ਉਹ ਪਿਆ, ਪਰ ਇਹ ਸਰੀਰ ਮਤਲਬ ਕਿ ਜਿਹੜਾ ਵਿੱਚ ਹੰਕਾਰ ਸੀ ਉਹ ਵੀ ਮਰ ਗਿਆ। ਇਹ ਚੀਜ਼ਾਂ ਮਰਨ ਤੋਂ ਬਾਅਦ ਮਰਦੀਆਂ, ਤੇ ਗੁਰਸਿੱਖਾਂ ਨੇ ਜਿਉਂਦੇ ਹੀ ਮਾਰ ਲਈਆਂ। ਕਹੋ ਸਤਨਾਮ ਸਿੰਘ। ਗੁਰੂ ਪਿਆਰਿਆਂ ਨੇ, ਬ੍ਰਹਮ ਗਿਆਨੀਆਂ ਨੇ, ਨਾਮ ਜਪਣ ਵਾਲੀਆਂ ਰੂਹਾਂ ਨੇ ਇਹਨਾਂ ਪੰਜਾਂ ਵਿਕਾਰਾਂ ਨੂੰ ਜਿਉਂਦੇ ਜੀ ਮਾਰ ਲਿਆ। ਇਹਨੂੰ ਕਹਿੰਦੇ ਜਿਉਂਦੇ ਮਰਨਾ। ਉਹਨਾਂ ਨੇ ਇਹਨਾਂ ਨੂੰ ਜਿਉਂਦੇ ਜੀ ਮਾਰ ਕੇ ਸਰੀਰ ਤੋਂ ਉੱਚਾ ਉੱਠਣਾ ਕੀਤਾ।
ਹੁਣ ਕੋਈ ਉਹਨਾਂ ਦੇ ਸਰੀਰ ਨੂੰ ਬੰਦ ਕੱਟ ਦੇਵੇ, ਖੋਪੜੀ ਲਾ ਦੇਵੇ, ਆਰੇ ਨਾਲ ਚੀਰ ਦੇਵੇ, ਉਹਨਾਂ ਨੂੰ ਕੋਈ ਦੁੱਖ ਨਹੀਂ ਮਹਿਸੂਸ ਹੋ ਰਿਹਾ, ਕੋਈ ਕਿਉਂਕਿ ਉਹ ਸਰੀਰ ਤੋਂ ਕੱਟ ਆਫ ਹੋ ਗਏ, ਉਹ ਸਰੀਰ ਤੋਂ ਕੱਟੇ ਗਏ। ਗੁਆਂਢੀਆਂ ਦਾ ਪਿੰਡ ਦੇ ਵਿੱਚ ਹੋਰ ਕਈ ਲੋਕ ਮਰਦੇ, ਅਸੀਂ ਉਦੋਂ ਨਹੀਂ ਇੰਨਾ ਰੋਂਦੇ ਕਿਉਂਕਿ ਅਸੀਂ ਉਹਦੇ ਨਾਲ ਜੁੜੇ ਹੀ ਨਹੀਂ ਹੁੰਦੇ। ਕਹੋ ਸਤਿਨਾਮ, ਸਾਡਾ ਉਹਦੇ ਨਾਲ ਕੋਈ ਤਲਕ ਹੀ ਨਹੀਂਗਾ। ਕਿੰਨੇ ਲੋਕ ਰੋਜ਼ ਮਰਦੇ ਆ, ਕਿ ਰੋਜ਼ ਸਾਰੀ ਦੁਨੀਆ ਰੋਂਦੀ ਆ? ਸਾਰੇ ਥੋੜ੍ਹਾ ਰੋਂਦੇ ਆਪਾਂ, ਰੋਜ਼ ਕਿੰਨੇ ਲੋਕ ਮਰਦੇ ਆ। ਪਰ ਰੋਂਦਾ ਕੌਣ ਹੈ? ਜਿਹੜੇ ਉਹਦੇ ਨਾਲ ਕਨੈਕਟ ਹੁੰਦੇ ਆ, ਕੋਈ ਭੈਣ, ਕੋਈ ਭਰਾ, ਕੋਈ ਮਾਂ, ਕੋਈ ਪਿਓ, ਕੋਈ ਧੀ, ਕੋਈ ਪੁੱਤ। ਕੇਵਲ ਉਹੀ ਰੋਂਦੇ ਜਿਹੜੇ ਜੁੜੇ ਹੁੰਦੇ ਆ, ਔਰ ਜੁੜੇ ਉਹਦੇ ਸਰੀਰ ਨਾਲ ਹੁੰਦੇ ਆ। ਸਰੀਰ ਉਹਦਾ ਹੁਣ ਬੋਲਦਾ ਨਹੀਂਗਾ, ਤੇ ਦੋਨਾਂ ਸਰੀਰਾਂ ਨੂੰ ਜੋੜਨ ਵਾਲਾ ਆਤਮਾ ਸੀਗਾ, ਉਹ ਨਿਕਲ ਗਿਆ। ਇਸ ਕਰਕੇ ਉਹ ਰੋਂਦੇ ਆ ਜਿਹੜੇ ਉਹਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਨੇ ਜਿਉਂਦੇ ਜੀ ਇਹਨਾਂ ਵਿਕਾਰਾਂ ਨੂੰ ਮਾਰ ਲਿਆ, ਜਿਨ੍ਹਾਂ ਨੇ ਜਿਉਂਦੇ ਜੀ ਆਪਣੀ ਸੁਰਤ ਨੂੰ ਖਿੱਚ ਕੇ ਆਪਣੇ ਅੰਦਰ ਇਕੱਠੀ ਕਰ ਲਿਆ। ਦੂਜਿਆਂ ਨਾਲ ਜੁੜੀ ਹੋਈ ਸੀ ਜਿਹੜੀ, ਉਹ ਪਹਿਲੇ ਕੱਟ ਆਫ ਕਰ ਲਈ ਆ, ਮਰਨ ਤੋਂ ਪਹਿਲਾਂ ਮਰ ਗਏ ਜਿਹੜੇ, ਉਹਨਾਂ ਨੂੰ ਮਰਨ ਵੇਲੇ ਕੋਈ ਦੁੱਖ ਨਹੀਂ ਹੁੰਦਾ। ਫਿਰ ਉਹ ਸਹਿਜੇ ਹੀ ਆਪਣੀ ਮੌਤ ਨੂੰ ਜਾਣ ਲੈਂਦੇ ਆ ਵੀ ਹੁਣ ਸਾਡਾ ਸਮਾਂ ਨੇੜੇ ਆ, ਜਾਣ ਵੀ ਲੈਂਦੇ ਆ ਬ੍ਰਹਮ ਗਿਆਨੀ, ਔਰ ਦੂਸਰਿਆਂ ਨੂੰ ਦੱਸ ਵੀ ਦਿੰਦੇ ਆ ਵੀ ਹੁਣ ਸਾਡਾ ਸਮਾਂ ਆ ਗਿਆ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਧ ਦੀ ਰਚਨਾ ਕਰਦੇ ਆ, ਸਾਧ ਵਿੱਚ ਗੁਰੂ ਪਿਆਰਿਓ ਉਹ ਦੱਸਦੇ ਆ ਕਿ ਸਿੱਖੋ ਸਾਨੂੰ ਸੱਦਾ ਆ ਗਿਆ, ਸਾਨੂੰ ਸੁਨੇਹਾ ਆ ਗਿਆ, ਅਸੀਂ ਹੁਣ ਜਾਣਾ, ਅਸੀਂ ਸਰੀਰ ਤਿਆਗਣਾ। ਸਾਰੀ ਸੰਗਤ, ਰਿਸ਼ਤੇਦਾਰ, ਸਾਕ ਸੰਬੰਧੀ ਔਰ ਪਰਿਵਾਰਕ ਮੈਂਬਰ ਸਾਰੇ ਇਕੱਠੇ ਹੋ ਕੇ ਬੈਠੇ ਹੈ। ਅਸੀਂ ਹੁਣ ਜਾਣਾ। ਜਦੋਂ ਇੰਨਾ ਕਿਹਾ ਸਾਰੇ ਰੋਣ ਲੱਗ ਪਏ, ਕਹਿੰਦੇ ਰੋਂਦੇ ਕਾਹਦੋਂ ਆ? ਇਹ ਤਾਂ ਬਣੀ ਆਈ ਆ, ਮੈਨੂੰ ਪਤਾ ਲੱਗ ਗਿਆ। ਕਈਆਂ ਨਹੀਂ ਪਤਾ ਲੱਗਦਾ, ਚਾਨਚੱਕ ਅਗਲਾ ਧੌਣ ਫੜਦਾ ਆ ਕੇ ਕਾਲ ਹੋ ਰਹੀ। ਹਰੇਕ ਨੂੰ ਥੋੜ੍ਹਾ ਪਤਾ ਲੱਗਦਾ ਇਹ ਮੌਤ ਆ ਰਹੀ ਹੈ। ਜਿਹੜੇ ਮੌਤ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਤੇ ਮੌਤ ਅਚਨਚੇਤ ਪੈਂਦੀ ਆ। ਜਿਨ੍ਹਾਂ ਦੇ ਬਾਰੇ ਪਤਾ ਵੀ ਇਹ ਮੈਥੋਂ ਭੱਜਣਗੇ ਨਹੀਂ, ਮੇਰੇ ਨਾਲ ਜਾਣ ਨੂੰ ਤਿਆਰ ਹੈ, ਉਹਨਾਂ ਨੂੰ ਮੌਤ ਦੱਸ ਕੇ ਆਉਂਦੀ ਹੈ ਕਿ ਮੈਂ ਆਊਂਗੀ ਕੱਲ੍ਹ ਨੂੰ। ਕੋਈ ਸਤਨਾਮ ਸੀ, ਉਹ ਕਹਿੰਦੇ ਆਓ ਜੀ ਆਇਆ। ਜਿਹੜੇ ਭੱਜਦੇ ਹਨ, ਬਾਬਾ ਫਰੀਦ ਜੀ ਕਹਿੰਦੇ ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ, ਜਿਨ ਦਿਨ ਮਾਣੀ ਕੱਢੀਏ ਹੱਡਾਂ ਕੋ ਕੜਕਾਏ, ਸਾਹੇ ਲਿਖੇ ਨਾ ਚੱਲਣੀ। ਜਿੰਨੇ ਸਵਾਸ ਦਿੱਤੇ ਐ ਉਦੋਂ ਇੱਕ ਵੀ ਵੱਧ ਸਵਾਸ ਨਹੀਂ ਚੱਲਣਾਗਾ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੋ ਸਮਝਾਏ, ਜਿੰਦ ਬਹੁਟੀ ਮਰਨਵਰ ਲੈ ਜਾਸੀ ਪਰਨਾਏ। ਜਦੋਂ ਇਹ ਜੀਵ ਆਤਮਾ ਬਹੁਟੀ ਜਿਹੜੀ ਹੈ, ਇਸ ਨੂੰ ਕਾਲ ਮੌਤ ਵਿਆਹ ਕੇ ਲੈ ਜਾਵੇਗਾ ਇੱਕ ਦਿਨ, ਜਦੋਂ ਇੱਧਰੋਂ ਕੰਮ ਪੂਰਾ ਹੋ ਗਿਆ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਦੇ ਵਿੱਚ ਮਰਦਾ ਕੌਣ ਹੈ? ਮੋਈ ਸੁਰਤ ਬਾਦ ਅਹੰਕਾਰ, ਉਹ ਨਾ ਮੂਆ ਜੋ ਦੇਖਣਹਾਰ। ਦੇਖਣਹਾਰ ਕਿੱਥੇ ਸੀ? ਅੱਖਾਂ ਦੇ ਵਿੱਚ ਜੋਤ। ਇਹ ਜੋਤ ਨਹੀਂ ਮਰਦੀ, ਜੋਤ ਨਿਕਲਦੀ ਹੈ। ਮਰੇ ਹੋਏ ਦੀਆਂ ਅੱਖਾਂ ਖੁੱਲੀਆਂ ਆਪਾਂ ਬੰਦ ਕਰ ਦਿੰਦੇ ਆ, ਅਸਲ ਵਿੱਚ ਅੱਖਾਂ ਦੇ ਵਿੱਚ ਉਹ ਜੋਤ ਹੁੰਦੀ ਨਹੀਂ। ਹੁਣ ਅੱਖਾਂ ਵੀ ਖਾਲੀ ਕਰ ਜਾਂਦਾ, ਕੰਨ ਵੀ ਖਾਲੀ ਕਰ ਜਾਂਦਾ, ਮੂੰਹ ਵੀ ਖਾਲੀ ਹੋ ਜਾਂਦਾ, ਦਿਮਾਗ ਵੀ ਖਾਲੀ ਹੋ ਜਾਂਦਾ। ਪੈਰ ਤੋਂ ਲੈ ਕੇ ਗੁੱਠੇ ਤੋਂ ਲੈ ਕੇ ਸਿਰ ਦੇ ਜੋੜੇ ਤੱਕ ਇਹਦੇ ਵਿੱਚ ਹੁਣ ਕੋਈ ਸੁਰਤ ਨਹੀਂ ਹੁੰਦੀ, ਉਹ ਨਿਕਲ ਜਾਂਦਾ। ਡਾਕਟਰਾਂ ਨੂੰ ਇਸੇ ਕਰਕੇ ਵਿਖਾਉਣੇ ਆ ਵੀ ਸ਼ਾਇਦ ਕਿਤੇ ਅੜਿਆ ਪਿਆ ਹੋਵੇ, ਦਿਮਾਗ ਨੂੰ ਸਾਹ ਨਾ ਚੜ੍ਹ ਗਿਆ ਹੋਵੇ, ਥੱਲੇ ਆ ਜੇ ਸ਼ਾਇਦ। ਪਰ ਡਾਕਟਰ ਪੂਰਾ ਚੈੱਕਅਪ ਕਰਕੇ ਕਹਿੰਦੇ ਵੀ ਨਹੀਂ, ਵਿੱਚ ਹੈ ਹੀ ਨਹੀਂ, ਕਿਤੇ ਵੀ ਨਹੀਂ ਹੈਗਾ, ਨਿਕਲ ਗਿਆ ਇਹ ਚੋਂ। ਕੋਈ ਸਤਨਾਮ, ਇਹ ਮਰ ਗਿਆ ਹੈ, ਹੁਣ ਲੈ ਜਾਓ। ਉਹ ਡਿਕਲੇਅਰ ਕਰਦਾ ਹੈ ਕਿ ਹੁਣ ਇਹ ਮਰ ਚੁੱਕੇ, ਇਹਦੇ ਵਿੱਚ ਹੈ ਨਹੀਂ ਉਹ। ਤੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਾਡਾ ਜਾਣ ਦਾ ਸਮਾਂ ਆ ਗਿਆ। ਸੰਗਤ ਰੋਣ ਲੱਗੀ ਤੇ ਪਾਤਸ਼ਾਹ ਜੀ ਕਹਿਣ ਲੱਗੇ, ਸੰਗਤ ਜੀ ਰੋਣਾ ਕਾਹਦੇ ਵਾਸਤੇ ਹੈ? ਮਤ ਮੈਂ ਪਿੱਛੇ ਕੋਈ ਰੋਪ ਸੀ, ਸੋ ਮੈਂ ਮੋਲ ਨਾ ਪਾਵੀ।
ਮਿਤ ਪੈਜਿਆ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ। ਜੇ ਤੁਸੀਂ ਚਾਹੁੰਦੇ ਹੋ ਮੈਂ ਤੁਹਾਡਾ ਮਿੱਤਰ, ਮੇਰੀ ਲਾਜ ਰਹਿ ਜਾਵੇ, ਤਾਂ ਮਤ ਮੈਂ ਪਿੱਛੇ ਕੋਈ ਰੋਗ ਸੀ। ਲਿਖਿਆ ਪਰਵਾਨਾ ਫਿਰੈ ਨਾਹੀ, ਮਨ ਵੇਖੋ ਕਰ ਨਿਰਜਾਹ ਜੀਓ। ਦਿਲ ਤੇ ਲਾ ਕੇ ਸੋਚੋ ਬਈ ਪਹਿਲਾਂ ਕਿਸੇ ਦੀ ਮੌਤ ਆਈ ਮੁੜੀ ਆ, ਨਹੀਂ ਮੁੜੀ ਤੇ ਫਿਰ ਮੇਰੀ ਕਿਉਂ ਮੁੜੂਗੀ, ਮੈਂ ਵੀ ਜਾਣਾ। ਕੋਈ ਸਤਨਾਮ। ਫਿਰ ਸੰਗਤਾਂ ਨੂੰ ਧੀਰਜ ਦਿੰਦੇ ਆ। ਫਿਰ ਸੰਗਤ ਕਹਿੰਦੀ ਸਾਨੂੰ ਕਿਹਦੇ ਲੜ ਲਾਓਗੇ ਮਹਾਰਾਜ, ਸਾਡਾ ਕੌਣ ਵਾਲੀ ਵਰਸ ਹੈ, ਸਾਡਾ ਕੌਣ ਮਾਰਗ ਦਰਸ਼ਨ ਕਰੇਗਾ। ਹਾਂ ਇਹ ਹੱਲ ਹੈ ਮੇਰੇ ਕੋਲ। ਆ ਭਾਈ ਜੇਠਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਪਹਿਲਾਂ ਸਾਰੀ ਤਿਆਰੀ ਹੋਈ ਆ। ਜੇਠਾ ਜੀ ਨੂੰ ਕੋਲ ਬਿਠਾਇਆ, ਬਾਬਾ ਬੁੱਢਾ ਜੀ ਨੇ ਤਿਲਕ ਲਾਇਆ। ਹੁੰਦਾ ਸਤਿਗੁਰ ਟਿਕਿਆ, ਭਾਵ ਆਪਣੇ ਸਾਹਮਣੇ ਜੋਤ ਜਿਹੜੀ ਹੈ ਜੇਠਾ ਜੀ ਵਿੱਚ ਰੱਖ ਦਿੱਤੀ, ਗੁਰੂ ਰਾਮਦਾਸ ਜੀ ਵਿੱਚ ਰੱਖ ਦਿੱਤੀ, ਤੇ ਆਪਣੀ ਜੋਤ ਕੱਢ ਕੇ ਉਹਦੇ ਵਿੱਚ ਸਮਾ ਗਏ। ਕਹੋ ਸਤਨਾਮ। ਇਹ ਸਰੀਰ ਖਾਲੀ ਕਰ ਦਿੱਤਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਆ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਮੋਈ ਸੁਰਤ ਬਾਦ ਅਹੰਕਾਰ, ਇਹ ਚੋਂ ਵਿਕਾਰ ਮਰ ਗਏ। ਮਰਨ ਵਾਲੇ ਤੋਂ ਬਾਅਦ ਉਹਦੀ ਕੋਈ ਨਿੰਦਿਆ ਕਰਨੀ, ਉਹਦੇ ਮਾੜੇ ਕੰਮਾਂ ਨੂੰ ਵੇਖਣਾ, ਕਹਿਣਾ ਜਾਰੇ ਤਾਂ ਇਹੋ ਜਿਹਾ ਸੀ, ਕੋਈ ਨਹੀਂ ਕਹਿੰਦਾ ਗਾ, ਕਿਉਂਕਿ ਉਹਨੂੰ ਮਰ ਚੁੱਕੇ ਆ। ਉਹਨੇ ਲੜਾਈਆਂ ਵੀ ਮਾਰ ਲਈਆਂ, ਹੰਕਾਰ ਵੀ ਮਾਰ ਲਿਆ, ਉਹਨੇ ਸਾਰੇ ਵਿਕਾਰ ਵੀ ਮਰ ਗਏ ਉਸ ਦੇ। ਗੁਰੂ ਸਾਹਿਬ ਨੇ ਸਾਨੂੰ ਜਿਉਂਦੇ ਜੀ ਇਹ ਜੁਗਤੀਆਂ ਦਿੱਤੀਆਂ ਸਿਮਰਨ ਕਰਕੇ, ਇਹਨਾਂ ਵਿਕਾਰਾਂ ਨੂੰ ਮਾਰਨਾ। ਦੁਸ਼ਮਣੀਆਂ ਨੂੰ ਜਿਉਂਦੇ ਜੀ ਮਾਰਿਆ ਜਾ ਸਕਦਾ, ਕਿਸੇ ਨੂੰ ਮਾਰ ਕੇ ਦੁਸ਼ਮਣੀ ਖਤਮ ਨਹੀਂ ਹੁੰਦੀ, ਉਹ ਦੁਸ਼ਮਣੀ ਚੱਲਦੀ ਰਹਿੰਦੀ ਹੈ। ਹਾਂ ਜਿਉਂਦੇ ਜੀ ਦੁਸ਼ਮਣੀ ਖਤਮ ਕੀਤੀ ਜਾ ਸਕਦੀ ਹੈ, ਵੈਰ ਨੂੰ ਮਾਰ ਕੇ, ਗੁੱਸੇ ਨੂੰ ਮਾਰ ਕੇ। ਕਹੋ ਸਤਨਾਮ ਸ੍ਰੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਦੇਹੀ ਮਾਟੀ ਬੋਲੇ ਪੌਣ, ਬੂਝ ਗਿਆਨੀ ਮੂਆ ਹੈ ਕੌਣ। ਮੂਈ ਸੁਰਤ ਬਾਦ ਅਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜਿਹੜਾ ਇਹਦੇ ਵਿੱਚ ਦੇਖਣ ਵਾਲਾ ਸੀਗਾ ਉਹ ਨਹੀਂ ਮਰਿਆਗਾ, ਉਹ ਦ੍ਰਿਸ਼ਟਾ, ਉਹ ਬ੍ਰਹਮ, ਉਹ ਚੇਤਨ, ਉਹ ਨਹੀਂ ਮਰਦਾ, ਉਹ ਨਿਕਲ ਗਿਆ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਹੋਏ ਅਲੋਪ ਹੋਣ ਤੋਂ ਪਹਿਲਾਂ ਕਹਿੰਦੇ, ਮੈਂ ਮਰਦਾ ਨਹੀਂ, ਮੈਂ ਤੁਹਾਡੇ ਨਾਲ ਹੀ ਹਾਂ। ਕੋਈ ਇਹ ਨਾ ਕਹਿਓ ਕਿ ਗੁਰੂ ਮਰ ਗਿਆ। ਮੈਂ ਦੋ ਦੇਸ਼ਾਂ ਦਾ ਮਾਲੀ ਹਾਂ, ਮੈਂ ਕਦੇ ਉੱਥੇ ਕਦੇ ਇੱਥੇ, ਜਦੋਂ ਯਾਦ ਕਰੋਗੇ ਉਦੋਂ ਹੀ ਆਵਾਂਗਾ। ਜਿਨ੍ਹਾਂ ਨੂੰ ਪੂਰਨ ਨਿਸ਼ਚਾ ਭਰੋਸਾ ਹੈ ਤਾਂ ਗੁਰੂ ਕਿਤੇ ਵੀ ਨਹੀਂ ਗਿਆਗਾ ਸਾਡਾ। ਇਸੇ ਤਰ੍ਹਾਂ ਹੀ ਇਹ ਜੀਵ ਮਰਦਾ ਨਹੀਂ, ਸਰੀਰ ਨੂੰ ਤਿਆਗਦਾ ਹੈ। ਜੈ ਕਾਨ ਤਟ ਤੀਰਥ ਜਾਹੀ। ਹੁਣ ਪੰਡਤ ਨਾਲ ਗੱਲ ਹੋ ਰਹੀ ਹੈ ਤੇ ਉੱਥੇ ਗੱਲ ਤੀਰਥਾਂ ਦੇ ਰਾਹੀਂ ਕੀਤੀ ਜਾਵੇਗੀ। ਪਾਤਸ਼ਾਹ ਜੀ ਕਹਿੰਦੇ, ਜਿਸ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਤੀਰਥਾਂ 'ਤੇ ਨਹਾਉਂਦਾ, ਤੀਰਥਾਂ 'ਤੇ ਜਾਂਦਾ, ਪਰਮੇਸ਼ਰ ਨੂੰ ਲੱਭਣ ਵਾਸਤੇ ਜੰਗਲਾਂ ਵੀ ਜਾਂਦਾ, ਤੀਰਥਾਂ ਦੇ ਕਿਨਾਰਿਆਂ 'ਤੇ ਬੈਠ ਕੇ ਲੋਕ ਤਪੱਸਿਆ ਕਰਦੇ ਆ। ਰਤਨ ਪਦਾਰਥ ਘਟ ਹੀ ਮਾਹੀ, ਉਹ ਰਤਨ, ਉਹ ਪਦਾਰਥ, ਉਹ ਪਰਮੇਸ਼ਰ, ਉਹ ਵਾਹਿਗੁਰੂ, ਉਹ ਤਾਂ ਸਾਡੇ ਸਾਰਿਆਂ ਦੇ ਕੋਲ ਹੈ। ਪੜ ਪੜ ਪੰਡਤ ਬਾਦ ਵਖਾਣੈ। ਉੱਥੇ ਤੀਰਥਾਂ ਦੇ ਉੱਤੇ ਆਪਣੇ ਆਪ ਨੂੰ ਪੰਡਿਤ ਲੋਕ ਵਿਦਵਾਨ ਕਹਾਉਂਦੇ ਹੋਏ ਝਗੜੇ ਕਰਦੇ ਆ। ਉਹ ਕਹਿੰਦਾ ਮੈਂ ਵੱਡਾ ਗਿਆਨੀ, ਉਹ ਕਹਿੰਦਾ ਮੈਂ ਵੱਡਾ ਗਿਆਨੀ ਆ ਤੇਰੇ ਨਾਲੋਂ। ਉਹ ਕਹਿੰਦਾ ਮੈਨੂੰ ਜ਼ਿਆਦਾ ਗਿਆਨ, ਉਹ ਕਹਿੰਦਾ ਮੈਨੂੰ ਜ਼ਿਆਦਾ ਗਿਆਨ ਹੈ। ਲੜਾਈਆਂ ਝਗੜਿਆਂ ਦਾ ਕੋਈ ਫਾਇਦਾ ਨਹੀਂ, ਤੁਹਾਨੂੰ ਗਿਆਨ ਹੈ ਹੀ ਨਹੀਂ ਜੇ ਲੜਾਈ ਹੈ ਤਾਂ। ਜੇ ਗਿਆਨ ਹੋ ਗਿਆ ਫਿਰ ਲੜਾਈ ਖਤਮ ਹੋਣੀ ਚਾਹੀਦੀ ਆ। ਇਸ ਕਰਕੇ ਪਾਤਸ਼ਾਹ ਕਹਿੰਦੇ, ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਐਵੇਂ ਲੜਾਈਆਂ ਕਰਦੇ ਹੋ। ਅੱਜ ਪਿਤਾ ਗੁਜ਼ਰ ਗਿਆ, ਜਿਹੜਾ ਰੋਜ਼ ਕਹਿੰਦਾ ਸੀਗਾ ਮੌਤ ਤਾਂ ਹਰੇਕ ਦੀ ਆਉਂਦੀ ਹੈ, ਤੇ ਅੱਜ ਤੂੰ ਰੋ ਰਿਹਾ, ਚੁੱਪ ਕਰ ਜਾ। ਬਾਬੇ ਨਾਨਕ ਨੇ ਉਸ ਰੋਂਦੇ ਹੋਏ ਪੰਡਤ ਨੂੰ ਨਾਲੇ ਸਮਝਾਇਆ, ਨਾਲੇ ਗਿਆਨ ਦਿੱਤਾ, ਨਾਲੇ ਚੁੱਪ ਕਰਾਇਆ। ਪਾਤਸ਼ਾਹ ਜੀ ਕਹਿੰਦੇ, ਪੰਡਤ ਜੀ, ਜਿਹੜੇ ਲੋਕ ਰੱਬ ਨੂੰ ਲੱਭਣ ਵਾਸਤੇ ਤੀਰਥਾਂ 'ਤੇ ਜਾਂਦੇ ਹਨ, ਉਹ ਰੱਬ ਤੁਹਾਨੂੰ ਆਪਦੇ ਅੰਦਰੋਂ ਹੀ ਮਿਲ ਸਕਦਾ ਹੈ। ਸ਼ਸਤਰਾਂ ਵੇਦਾਂ ਗ੍ਰੰਥਾਂ ਨੂੰ ਪੜ੍ਹ ਕੇ ਝਗੜੇ ਕਰਨੇ ਇਹ ਜਾਇਜ਼ ਨਹੀਂ ਹੈ। ਪੜ ਪੜ ਪੰਡਤ ਬਾਦ ਵਖਾਣੈ, ਭੀਤਰ ਹੁੰਦੀ ਵਸਤ ਨਾ ਜਾਣੈ। ਝਗੜਿਆਂ 'ਚ ਪੈ ਗਿਆ, ਝੇੜਿਆਂ 'ਚ ਪੈ ਗਿਆ, ਲੜਾਈਆਂ 'ਚ ਪੈ ਗਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਬੇਈ ਨਦੀ ਦੇ ਕਿਨਾਰੇ ਇਸ਼ਨਾਨ ਕਰਨ ਗਏ ਆ।
थोड़ी दूरी ते झगड़ा हुंदा सुनिया, दो बंदे झगड़ रहे न। पातशाह जी उतों इशनान आदि करके तुरे, वो रस्ते वाल चले गए जिधर झगड़ा हो रहा है। तो की सीगा कि सुल्तानपुर के बाहरले पासे एक चुंगी टैक्स का नाका सीगा। वो नाके ते दो बंदे झगड़ रहे सी, बाबा जी कोल पहुँच गए। कोल जाके की वेखदे न कि एक पंडित है, उन्होंने किसी ने गऊ दान की है। लोग गऊँ दान करते सी पहला, दुध पीण वास्ते गऊ दी, उन्होंने पंडित गऊ लैके आ रहा है। तो चुंगी नाके ते भी एक हिंदू ही बैठा, मुसलमाना का राज सीगा, लेकिन वो हिंदू जिहड़ा है वो नौकर है मुसलमाना का, उन्हां दा दाना पानी खांदा है। और ब्राह्मण नूं कह रहा कि इत्थे टैक्स दे के जा। ब्राह्मण कह रहा भी मैं कोई व्यापार नहीं करना, मैं गां खरीद के नहीं लियांदी, मैं गां बेचनी नहीं, ये तो मैनू किसी मेरे मित्र प्यारे ने, किसी जजमान ने दुध पीण वास्ते दित्ती है। लेकिन वो हिंदू जिहड़ा टैक्स वाले उस नाके ते ड्यूटी करदा, नौकरी करदा, मुसलमाना दा खांदा पींदा, उहदी मत मारी गई है, वो मुसलमान ही हो गया। कहो सतनाम सी। उत्थे पातशाह नूं झिड़क दिया, भलिया तेरी जात बरादरी दा बंदा है, फिर तुसी अपने धर्म नूं पूजदे हो, तुहाडे धर्म दे विच गऊ नूं पूजिया जांदा है, तुहाडे धर्म दे विच ब्राह्मण नूं सत्कार दिता जांदा है। तैनूं वो सच कह रहा कि मैनूं गऊ किसी ने दुध पीण वास्ते है, मैं कोई बेच के व्यापार नहीं करना क्योंकि व्यापारी टैक्स दिंदा, तू फिर भी झगड़ा कर रहा है। उत्थे बाबा जी ने शब्द उचारिया, आशा जी की वार का, गऊ ब्राह्मण को कर लावो, गोबर तर न जाई। एक पैसे कहने गऊ का गोहा बड़ा चंगा, बड़ा सुच्चा है, इसनूं लिप पोच करके धरती उत्थे पूजा पाठ करना चाहिए। ऐ नहीं तरदे, फिर गऊ के गोहे नाल नहीं तरिया जाता जे गऊ का ब्राह्मण का सत्कार नहीं करते। तुसीं कहो सतनाम सी। गऊ ब्राह्मण ते टैक्स ला रहे हो, अपने धर्म के उत्ते टैक्स ला रहे हो। गऊ ब्राह्मण कौका लावो, गोबर तर न जाई, धोती टिक्का तय जप माली, धान मलेशा खाई, क्योंकि ਉਹਦੇ भी बाणा जिहड़ा लिबास हिंदुआं वाला पहने आ, लगदा वो भी ब्राह्मण आ। धोती पहनी आ, टिक्का लाया, गल विच माला पाई है, पर उन्हां दी नौकरी करदा करदा उन्हां वर्गा ही हो चुके है। जदों पातशाह नूं झिड़कां पाईआं तो फिर पैरी पै गया, फिर माफ़ी मंगदा ते उहनूं लंघा दिता। तो सतगुरु पातशाह जी ने जिहड़ियां घटनावां घटियां उन्हां नूं शब्दां विच रचिया। तो इत्थे भी ये घटना घटी कि एक ब्राह्मण जिहड़ा रोज़ कथा करदा है, अपने पिता दे मर जाण ते बहुत ज़्यादा रोंदा है, ते पातशाह उहनूं ज्ञान दिंदे आ। फिर कोल जा करके पातशाह कहंदे जिहड़ा इहदे विच बोलदा सी तेरा प्यो वो निकल गया, ये तेरा बाप नहीं है, तां मिट्टी दा पुतला सीगा, हुण ये तेरे कोल पिया। जे तैनूं यही बाप लगदा ते घरे रख ला, फिर घरे क्यों नहीं रखदे? दिन छिपण तो पहला पहले कहते छेती चक्को भाई, हुण ये मिट्टी दा की रखना, संस्कार करिए। इस करके पातशाह कहंदे मरिया कौन है, आओ वेखिए भला। रत्न पदार्थ घाटी ही माही, पढ़ पढ़ पंडित वाद वखाणै, भीतर होंदी वस्त्र जाणै, हौ ना मूआ मेरी मूई बुलाए, हौ मैं नहीं मरदा। भाव जिन्होंने ब्रह्म ज्ञान हो गया उन्होंने दसता कि असी मरन वाले नहीं हाँ, असी निकल जाने वाले हाँ, शरीर नूं छड्ड के जाने वाले हाँ, मरन वाले नहीं। हौ ना मूआ मेरी मूई बुलाए, जिहड़ी अज्ञान सी अविद्या सी वो मर गई है। ओ ना मूआ जो रहा समाए, जिहड़ा इहदे विच बोलदा सीगा, जिहड़ा इहदे विच ब्राह्मण सी, जिहड़ा चेतन सी, जिहड़ा सारे शरीरां विच रमिया होया परमेश्वर है, वो कदे भी नहीं मरदा। ये जीवात्मा मरदी नहीं। हाँ, कई जन्म पे कीट पतंगा, कई जन्म का जमीन करंगा, कई जन्म पंखी सर्प होयो, कई जन्म हैवर बिरख जोयो, इन्हां टेढ़ियां 84 लाख जूना चो लंघदा मिल जगदीश मिलन की बरिया, हुण तैनूं मनुख बनाया, मिलन का टाइम दिता तैनूं। को सतनाम सी। कई जन्म हैवर बिरख जोयो, मिल जगदीश मिलन की बरिया, चिरंग काले दे संजरिया। शरीर बनते ढहंदे है, जीवात्मा जमदी मरदी नहीं, शरीरां नूं बदलदी आ। को सतनाम सी।
पर साडी अज्ञानता करके असी जमना मरना कह दिंदे हाँ। ओ ना मूआ जो रहा समाए, कहो नानक गुर ब्रह्म दिखाया। मैनू मेरे गुरु ने ये ज्ञान दे दिता, उस ब्रह्म की परमेश्वर की जानकारी दे दी, मैनू वो ब्रह्म विखा दिता। कहो नानक गुर ब्रह्म दिखाया, मरता जाता नजर न आया। जेड़ा मैं कदे मरदा नहीं वेख्या, हाँ जांदा है। जेड़ा शरीर चों निकलदा है और शरीरां विच प्रवेश कर जाता है, वो ब्रह्म कदे भी मरदा नहीं। इस तरह गुरु प्यारिओ, न किछ जन्मै न किछ मरै, आपन चलत आप ही करै। ये परमेश्वर ने खेड़ बनाई आ। हाँ साडा रोना उन्ना चिर है जिन्ना चिर अज्ञानता है, जिन्ना चिर साडे विच मोह ममता है जीवां दे नाल, उन्ना चिर असीं रोंदे हाँ। जिद्दे ज्ञान हो गया तो उदन गुरु प्यारो भाई भिखारी वाली घटना फिर घट जानी है। पहला दिन है, रिश्तेदार साक संबंधी आए आ, बच्चे की शादी है, मठियाइयाँ बनिया, बीबियां ने गीत गाए आ, सिठनियाँ गाइया, दोहरे गाए आ, बरात गई आ, विआह के आ गया। पर होया कि दूसरे दिन तड़के की वेखते है कि यह बच्चा रात नूं ही पेट विच दर्द होया, सूल उठिया, कोई भयानक तड़के नूं मर गया। सारे रो रहे हैं, रिश्तेदार जो विआह च आए सीगे, विआह की हो गया। भिखारी जी चुप करवा रहे हैं, कहते इदां ही होना सीगा, ये होना सी, जो होवा सो होवत जाना है, प्रभ अपने का हुक्म पछाना है। ये होना सीगा, भिखारी नूं समझ आ गई है, इदां ही होना सीगा। कहं जे तुहानूं पता सी इदां होना सीगा, फिर तुसीं लड़के की शादी ना करदे। कहंदे क्यों ना करदे, ये संजोग सीगा, ये बीबी दा ना संजोग सीगा, विआह भी होना सीगा ते अवजोग भी होना सीगा। संजोग विजोग दो कार चलावै, लेखे आवे भाग। ये शरीरां दा संजोग विजोग है, ये जमदा मरदा शरीर है। विचड़ी आत्मा है, वो मैनू जमदी मरदी नहीं दिखाई दिंदी, वो निकलदी है, शरीर नूं छड्डदी है। इउं सतगुरां ने उस ब्राह्मण नूं ज्ञान दिता। ये शब्द साडे भी ज्ञान वास्ते है। परथाए साखी महापुरख बोलदे सांझी, सगल जहान है इसी पवित्र शब्द की विचार जो पातशाह जी ने बख्शिश की, जैसी आपां ने सरवण की। अगला शब्द गौड़ी महला पहला दखनी, सुन सुन बूझै मानै नाओ, तां सद बलिहारे जाओ। जेड़े गुरु की गल नूं सुन के समझ लैणगे, गुरु के बख्शे नाम नूं मन के जप लैणगे, गुरु पातशाह कहने मैं उन्हां तो बलिहारे जांदा हाँ। ये शब्द के विचार आपां कल दे दीवाना विच सरवण करांगे। हुण इत्थे रुकण दी आग्या बख्शो जी। बोलदियां नेकां अखर बाध घाट हो जांदे, सिख संगतां ते सतगुरु बख्शण जोग है, बख्श लेना। समाप्ति करिए। मिलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।